दुनिया नू जाणो पंजाब मेल USA चैनल दे नाल। संसार भर दीआं खबरां जानन लई, खबरां दी डूंघाई तक पहुंचण लई रोज वेखो पंजाब मेल अखबारनामा। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਜੀ ਖਹਿਰਾ ਸਾਹਿਬ, ਜਿਹੜਾ ਕਿਸਾਨੀ ਅੰਦੋਲਨ ਨੇ 19ਵਾਂ ਦਿਨ ਜਿਹੜਾ ਹੈ ਉਸਦਾ ਸ਼ੁਰੂ ਹੋ ਚੁੱਕਿਆ ਹੈ। ਐਂਡ 19ਵਾਂ ਦਿਨ ਇੱਕ ਕੁਝ ਖਾਸ ਗੱਲ ਵੀ ਰੱਖਦਾ ਹੈ ਕਿ ਅੱਜ ਮੈਂ ਕਹਿੰਦਾ ਬੜੀ ਮੰਦਭਾਗੀ ਗੱਲ ਹੈ ਕਿ ਜਿਹੜਾ ਇਨਸਾਨ ਜਿਹੜਾ ਜ਼ਿੰਮੇਵਾਰ ਹੈ ਕਿ ਹਾਂ ਵੀ ਹਰ ਇੱਕ ਦਾ ਢਿੱਡ ਭਰਦਾ ਹੈ, ਅੰਨ ਉਗਾਉਂਦਾ ਹੈ, ਅੰਨ ਸਾਰਿਆਂ ਨੂੰ ਦਿੰਦਾ ਹੈ, ਕਿਸਾਨ ਦੀ ਗੱਲ ਕਰ ਰਹੇ ਹਾਂ ਤੇ ਅੱਜ ਖੁਦ ਉਹ ਭੁੱਖ ਹੜਤਾਲ ਤੇ ਬਹਿ ਚੁੱਕਿਆ। ਦੇਖੋ, ਇਹ ਸ਼ਰਮ ਜਿਹਨੂੰ ਮੰਨਣੀ ਚਾਹੀਦੀ ਹੈ, ਵੈਸੇ ਉਹ ਅਸਲ ਦੇ ਵਿੱਚ ਸ਼ਰਮ ਨਹੀਂ ਮੰਨ ਰਿਹਾ। ਜੇ ਦੇਖਿਆ ਜਾਵੇ ਤੇ ਇਹ ਬਹੁਤ ਪ੍ਰਤੀਕਾਤਮਕ ਹੈ ਤੇ ਬਹੁਤ ਵੱਡੀ ਗੱਲ ਹੈ। ਫਿਲਹਾਲ ਚਲੋ ਜਥੇਬੰਦੀਆਂ ਨੇ ਜਿਹੜਾ ਹੈ 9 ਘੰਟੇ ਦਾ ਜਿਹੜਾ ਹੈ ਉਹ ਇਹ ਭੁੱਖ ਹੜਤਾਲ ਕੀਤੀ ਹੈ, ਪਰ ਤੁਸੀਂ ਦੇਖੋ ਕਿ ਉਹ ਇਨਸਾਨ ਜਿਹੜੇ ਪੂਰੀ ਦੁਨੀਆ ਦੇ ਉੱਤੇ ਜਿਹੜਾ ਹੈ ਅੰਨ ਜਿਹੜਾ ਹੈ ਉਹ ਪਹੁੰਚਾਉਂਦੇ ਨੇ, ਅੰਨਦਾਤਾ ਕਿਹਾ ਜਾਂਦਾ ਕਿਸਾਨ ਨੂੰ, ਤਾਂ ਤੁਸੀਂ ਉਹਨਾਂ ਦੇ ਨਾਲ ਧੱਕਾ ਕਰ ਰਹੇ ਹੋ। ਔਰ ਮੈਂ ਪਹਿਲੀ ਗੱਲ ਤੇ ਅੱਜ ਠੰਡ ਬਹੁਤ ਹੈ ਤੇ ਜਦੋਂ ਸਵੇਰੇ ਤੁਸੀਂ ਨਿਕਲਦੇ ਹੋ ਆਪਣੇ ਕੰਮਾਂ ਕਾਰਾਂ ਲਈ, ਤੇ ਤੁਸੀਂ ਤੁਹਾਡੇ ਦਿਮਾਗ 'ਚ ਹਰ ਪੰਜਾਬੀ ਇਹ ਸੋਚ ਰਿਹਾ ਕਿ ਜੇ ਸਾਡਾ ਇਹ ਹਾਲ ਹੈ, ਜਿਹੜੇ ਉੱਥੇ ਹਾਈਵੇ ਤੇ ਬੈਠੇ ਨੇ, ਅਸੀਂ ਦਿੱਲੀ ਦੀ ਕੜਾਕੇ ਦੀ ਠੰਡ ਤੇ ਕੜਾਕੇ ਦੀ ਗਰਮੀ ਤੋਂ ਵਾਕਫ ਆ ਕਿ ਉਹਨਾਂ ਦਾ ਕੀ ਹੁੰਦਾ ਹੋਊਗਾ। ਚਲੋ ਕਿਤੇ ਨਾ ਕਿਤੇ ਨੌਜਵਾਨ ਤਾਂ ਜਿਹੜੇ ਨੇ ਉਸ ਬਹੁਤ ਸਿਦਕੀਆ ਚਲੋ ਉੱਥੇ ਡਟੇ ਹੋਏ ਨੇ, ਪਰ ਜਿਵੇਂ ਮਰਜ਼ੀ ਆ, ਸਾਡਾ ਹੌਸਲਾ ਜਿੱਥੇ ਮਰਜ਼ੀ ਬੁਲੰਦ ਹੈ, ਪਰ ਫਿਰ ਵੀ ਜਿਹੜੇ ਹੁਣ ਸਾਡੇ ਬਜ਼ੁਰਗ ਨੇ ਉਹਨਾਂ ਦਾ ਕਿਤੇ ਤੁਸੀਂ ਸੋਚੋ ਬਹੁਤ ਕੁਝ ਜਿਹੜਾ ਹੈ ਲੋੜੀਂਦਾ ਹੈ। 19ਵਾਂ ਦਿਨ ਹੈ, ਸਰਕਾਰ ਇਹੀ ਚਾਹੁੰਦੀ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਹੈ ਡੋਲ ਜਾਣ, ਟੁੱਟ ਜਾਣ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਜਾਬੀ ਹੈ। ਮੈਂ ਜਦੋਂ ਆਫਿਸ ਆ ਰਿਹਾ ਸੀਗਾ ਨਾ, ਤੇ ਬਹੁਤ ਸਾਰੀਆਂ ਗੱਡੀਆਂ ਦੇ ਪਿੱਛੇ ਮੈਂ ਦੇਖ ਰਿਹਾ ਹਾਂ ਨੋ ਫਾਰਮਰ ਨੋ ਫੂਡ, ਕਿ ਕਿਸਾਨ ਨਹੀਂ ਤੇ ਫੂਡ ਨਹੀਂ, ਹੈ ਨਾ। ਤਾਂ ਦੇਖ ਕੇ ਤੁਸੀਂ ਨਾ ਬੜੇ ਭਾਵੁਕ ਹੋ ਜਾਂਦੇ ਆ ਕਿ ਹਰ ਪੰਜਾਬੀ, ਚਾਹੇ ਉਹ ਸ਼ਹਿਰੀ ਆ, ਚਾਹੇ ਉਹ ਪੇਂਡੂ ਆ, ਚਾਹੇ ਉਹ ਕਿਤੇ ਵੀ ਕੋਈ ਕੰਮ ਕਰ ਰਿਹਾ, ਸਭ ਨੇ ਉਹ ਜਿਹੜਾ ਹੈ ਕਿਸਾਨਾਂ ਦਾ ਸਾਥ ਦਿੱਤਾ ਹੈ। ਖਹਿਰਾ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਐਂਡ ਜਿਹੜੀ ਤੋੜਨ ਦੀ ਜਿਹੜੀ ਨਵੀਂ ਐਗਜ਼ਾਮਪਲ ਅਸੀਂ ਸਾਰੇ ਦਰਸ਼ਕਾਂ ਨਾਲ ਸ਼ੇਅਰ ਕਰਦੀ ਹੈ ਕਿ ਜਿਹੜੇ ਸਾਡੇ ਖੇਤੀਬਾੜੀ ਜਿਹੜੇ ਮੰਤਰੀ ਨੇ, ਹਨਾ, ਨਰਿੰਦਰ ਸਿੰਘ ਤੋਮਰ, ਉਹਨਾਂ ਨੇ ਹੁਣ ਕੀ ਬਿਆਨ ਦਿੱਤਾ ਨੇ ਕਿ ਜਿਹੜੀਆਂ 10 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਜੀ ਹੁਣ ਇਸ ਬਿੱਲ ਦਾ ਸਮਰਥਨ ਕੀਤਾ ਜੀ। ਬੇਸਿਕਲੀ ਇਹ ਜਿਹੜੀ ਗੱਲ ਸੀਗੀ, ਸਵੇਰੇ ਅਸੀਂ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਨੇ ਮੇਜਰ ਸਿੰਘ ਹੋਣਾ, ਉਹਨਾਂ ਨਾਲ ਵੀ ਗੱਲ ਕਰ ਰਹੇ ਸੀਗੇ, ਕਹਿੰਦੇ ਹੁਣ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਝ ਲੋਕਾਂ ਨੂੰ, ਜਿਹੜੇ ਕਿਸਾਨ ਨਹੀਂ ਵੀ ਨੇ ਪਰ ਸਿੱਧੇ ਤੌਰ ਤੇ ਜਿਹੜੇ ਉਸ ਸੰਗਠਨ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਖਰੀਦਿਆ ਜਾ ਰਿਹਾ, ਉਹਨਾਂ ਨੂੰ ਬਹਿਲਾ ਫੁਸਲਾਇਆ ਜਾ ਰਿਹਾ ਕਿ ਹਾਂ ਵੀ ਤੁਸੀਂ ਆਹ ਸਟੇਟਮੈਂਟ ਦੇਵੋ, ਤੁਸੀਂ 4-5 ਜਾਣੇ ਬੰਦੇ ਇਕੱਠੇ ਹੋ ਕੇ ਇਹ ਕਹਿ ਦੇਵੋ ਕਿ ਹਾਂ ਵੀ ਅਸੀਂ ਏਦਾਂ ਕਰਦੇ ਆ। ਪਰ ਉਹਨਾਂ ਵਿੱਚੋਂ ਵੀ ਕਾਫੀ ਜਿਹੜੇ ਲੋਕ ਨੇ ਉਹ ਅੜ ਗਏ, ਕਹਿੰਦੇ ਨਾ ਭਾਈ, ਆਹ ਸਾਡੇ ਕੋਲ ਜਿਹੜਾ ਪਾਪ ਆ ਉਹ ਨਾ ਕਰਾਓ। ਕਿਉਂਕਿ ਜਿਹੜੀ ਲੜਾਈ ਹੈ ਨਾ, ਉਹ ਸਿਰਫ ਅੱਜ ਦੀ ਲੜਾਈ ਨਹੀਂ ਹੈ, ਉਹ ਸਾਡੇ ਆਉਣ ਵਾਲੇ ਕੱਲ ਦੀ ਲੜਾਈ ਹੈ। ਪਰ ਜਿਹੜਾ ਨਿਰੰਤਰ ਜਿਹੜਾ ਅਸੀਂ ਕਹੀਏ ਕਿ ਹਾਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਇਸ ਨੂੰ ਤੋੜਨ ਦੀ, ਇਸ ਨੂੰ ਠੰਡੇ ਕਰਨ ਦੀ, ਇਸ ਨੂੰ ਬਿਲਕੁਲ ਸ਼ਾਂਤ ਕਰਨ ਦੀ, ਉਹ ਸਾਹਮਣੇ ਆ ਰਹੀ ਹੈ। ਪਰ ਜਿਹੜਾ ਮੇਨ ਹੱਲ ਹੈ ਤਾਂ ਜੋ ਸਾਰੇ ਖੁਸ਼ੀ ਘਰ ਮੁੜ ਜਾਣ, ਉਹਦੇ ਉੱਪਰ ਜਿਹੜਾ ਜ਼ੋਰ ਹੈ ਉਹ ਨਹੀਂ ਦਿੱਤਾ ਜਾ ਰਿਹਾ। ਦੇਖੋ ਮੋਹਿਤ ਜੀ, ਗੱਲ ਇੱਥੇ ਨਹੀਂ ਮੁੱਕਦੀ। ਦੇਖੋ, ਸਰਕਾਰ ਜੇ ਮੰਨ ਤਾਂ ਗਈ ਹੈ, ਇਹਦੇ ਵਿੱਚ ਦੇਖੋ ਇੱਕ ਸਾਡੀ ਜਿੱਤ ਬਹੁਤ ਵੱਡੀ ਹੈ। ਸਰਕਾਰਾਂ ਮੰਨ ਗਈਆਂ ਨੇ ਕਿ ਇਹਦੇ ਵਿੱਚ ਊਣਤਾਈਆਂ ਨੇ। ਜੇ ਊਣਤਾਈਆਂ ਨੇ ਤਾਂ ਫਿਰ ਉਹ ਕਹਿੰਦੇ ਕਿ ਤੁਸੀਂ ਆਪਣੀ ਮਰਜ਼ੀ ਦੇ ਜਿਹੜਾ ਹੈ ਅਮੈਂਡਮੈਂਟ ਪ੍ਰਪੋਜ਼ ਕਰ ਦਿਓ, ਅਸੀਂ ਕਰ ਦੇਵਾਂਗੇ, ਪਰ ਅਸੀਂ ਬਿੱਲ ਵਾਪਸ ਨਹੀਂ ਲੈ ਸਕਦੇ। ਕਿਸਾਨ ਦੇਖੋ ਲਗਾਤਾਰ ਉਹ ਕਹਿੰਦੇ ਕਿ ਗੱਲਾਂ ਫਿਰ ਹੋਣੀਆਂ ਹੀ ਨਹੀਂ ਹੈਗੀਆਂ, ਯੈਸ ਜਾਂ ਨੋ ਦੇ ਉੱਤੇ ਅੜੇ ਆ। ਇਹ ਕਿਤੇ ਨਾ ਕਿਤੇ ਨਰੋਲ ਲੋਕਤੰਤਰ ਦਾ ਸੰਘਰਸ਼ ਹੈ। ਸਰਕਾਰ ਜਿਹੜੀ ਹੈ ਉਹ ਆਪਣੀ ਹੈਕੜਬਾਜੀ ਬਣਾ ਕੇ ਬੈਠੀ ਹੈ ਕਿ ਜੇ ਅਸੀਂ ਇਹਨਾਂ ਦੀ ਗੱਲ ਸੁਣ ਲਈ ਤੇ ਕੱਲ੍ਹ ਨੂੰ ਹੋਰ ਬਹੁਤ ਭਾਈਚਾਰੇ ਨੇ। ਸਰਕਾਰ ਨੂੰ ਕਿਸੇ ਨਾ ਕਿਤੇ ਸਿਰਫ ਤੇ ਸਿਰਫ ਇਹ ਡਰ ਹੈ। ਹਾਂ, ਜਦੋਂ ਆਪਾਂ ਗੱਲ ਹਰ ਵਾਰ ਕਰਦੇ ਕਿ ਤੋੜਿਆ ਜਾਣਾ ਹੈ, ਹਾਲੇ ਤੇ ਕੁਝ ਵੀ ਨਹੀਂ ਹੈਗਾ ਮੋਹਿਤ ਜੀ, ਹਾਲੇ ਬਹੁਤ ਕੁਝ ਹੋਣਾ ਹੈ। ਬਹੁਤ ਕੁਝ ਤੋੜਨ ਦੇ ਲਈ ਸਾਨੂੰ ਇਹਨਾਂ ਨੇ ਅੱਗੇ ਲੈ ਕੇ ਆਉਣਾ ਹੈ। ਅਸੀਂ ਦੇਖਿਆ ਇਹਨਾਂ ਦੇ IT ਸੈੱਲ ਇੰਨੇ ਤਕੜੇ ਨੇ, ਬਹੁਤ ਵਾਰ ਇਹ ਪਤਾ ਨਹੀਂ ਕਿੰਨੇ ਕੁ PR ਕੰਪਨੀਆਂ ਇਹਨਾਂ ਨੇ ਹਾਇਰ ਕਰ ਲਈਆਂ ਹੋਣਗੀਆਂ ਜਾਂ ਕਰਦੇ ਹੋਣਗੇ ਕਿ ਕਿਸੇ ਨਾ ਕਿਸੇ ਅਸੀਂ ਜਿਹੜਾ ਦੁਆਲਾ ਚੱਲ ਜਾਈਏ। ਆਪਾਂ ਕਹਿ ਰਹੇ ਹਾਂ ਅਸੀਂ, ਕਿਉਂਕਿ ਅਸੀਂ ਲਿਮਿਟਡ ਮੀਡੀਆ ਦੇਖਦੇ ਹਾਂ, ਅਸੀਂ ਆਪਣਾ ਅਕਾਊਂਟ ਦੇਖ ਲਿਆ, ਸੋਸ਼ਲ ਅਕਾਊਂਟ ਆਪਣੇ ਲਾਗੇ ਛਾਗੇ ਦੇਖ ਰਹੇ ਹਾਂ, ਟ੍ਰੈਂਡਿੰਗ ਹੋ ਕੇ ਸਾਨੂੰ ਉਹ ਚੀਜ਼ਾਂ ਆ ਰਹੀਆਂ ਨੇ। ਪਰ ਕਿਤੇ ਨਾ ਕਿਤੇ ਜੇ ਅਸੀਂ ਪੂਰੀ ਦੁਨੀਆ ਦਾ ਦੇਖੀਏ ਤਾਂ ਅਜੇ ਵੀ ਜਿਹੜਾ ਹੈ ਸਾਨੂੰ ਉੱਤੇ ਜ਼ਬਰਦਸਤ ਪਹਿਰਾ ਦੇਣ ਦੀ ਬਹੁਤ ਵੱਡੀ ਲੋੜ ਹੈ। ਖੈਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਹਾਂ ਵੀ ਜਿਹੜੀ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਮੰਨ ਗਈਆਂ ਨੇ ਕਿ ਹਾਂ ਵੀ ਇਹਦੇ ਵਿੱਚ ਥੋੜੀ ਜਿਹੀ ਖਰਾਬੀ ਹੈ ਤੇ ਅਸੀਂ ਜਿਹੜੀਆਂ ਨਵੀਆਂ ਸੋਧਾਂ ਹੈ ਉਹ ਅਸੀਂ ਲਿਆ ਲੈਣੇ ਆ। ਬਲਬੀਰ ਸਿੰਘ ਰਾਜੇਵਾਲ ਹੁਣਾਂ ਦਾ ਕਹਿਣਾ ਹੈ ਕਿ ਹਾਂ ਵੀ ਸਰਕਾਰ ਵੱਲੋਂ ਇਹੀ ਜ਼ੋਰ ਪਾਇਆ ਜਾ ਰਿਹਾ ਕਿ ਤੁਸੀਂ ਕੁਝ ਵੀ ਜਿਹੜੇ ਨਵੇਂ ਸੋਧ ਲੈਣਾ ਚਾਹੁੰਦੇ ਹੋ ਤੁਸੀਂ ਲਿਆ ਲਓ ਤੇ ਬਿੱਲ ਨੂੰ ਐਕਸੈਪਟ ਕਰ ਲਓ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਜਿਹੜੀਆਂ ਸੋਧਾਂ ਮੰਨ ਲਈਆਂ ਨਾ
ਤਾਂ ਅਸੀਂ ਕਹਿਣ ਦਾ ਮਤਲਬ ਕਿ ਅਸੀਂ ਬਿੱਲ ਨੂੰ ਵੀ ਮੰਨ ਲਿਆ, ਕਿਉਂਕਿ ਅਸੀਂ ਨਹੀਂ ਹੋਣ ਦੇਣਾ। ਸਾਡਾ ਹੁਣ ਇੱਕੋ ਹੀ ਫਰਜ਼ ਹੈ ਜੀ, ਇੱਕੋ ਹੀ ਸਾਡਾ ਨਾਰਾ ਹੈ, ਇੱਕੋ ਸਾਡੀ ਡਿਮਾਂਡ ਹੈ ਕਿ ਹਾਂ ਵੀ ਤੁਸੀਂ ਖੇਤੀਬਾੜੀ ਜਿਹੜਾ ਬਿੱਲ ਜਿਹੜਾ ਲਿਆਂਦਾ ਇਸ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਖਹਿਰਾ ਸਾਹਿਬ ਇੱਕ ਹੋਰ ਜਿਹੜੀ ਗੱਲ ਹੈ, ਜਿਹੜੀ ਕੇਂਦਰ ਸਰਕਾਰ ਦੇ ਜਿਹੜੇ ਬੀਜੇਪੀ ਦੇ ਜਿਹੜੇ ਜਨਰਲ ਸਕੱਤਰ ਨੇ, ਉਹਨਾਂ ਨੇ ਅਰੁਣ ਸਿੰਘ ਉਹਨਾਂ ਨੇ ਕੀ ਬਿਆਨ ਦਿੱਤਾ ਹੈ ਕਿ ਜਿਹੜੇ ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ, ਜਿਹੜਾ 2.5 ਲੱਖ ਲੋਕ ਜਿਹੜਾ ਵੱਧ ਬੈਠਾ ਹੋਏਗਾ ਹਨਾ, ਉਹਨਾਂ ਵਿੱਚੋਂ ਕਹਿੰਦੇ 1% ਵੀ ਕਿਸਾਨ ਨਹੀਂ ਹੈ। ਸੋ ਜਿਹੜੇ ਬੀਜੇਪੀ ਦੇ ਜਿਹੜੇ ਮੇਨ ਮੁਖੀ ਨੇ JP ਨੱਡਾ, ਉਹਨਾਂ ਨੂੰ ਖੁਦ ਤਾਂ ਕਰੋਨਾ ਹੋ ਗਿਆ, ਹੁਣ ਉਹ ਤਾਂ ਚੁੱਪਚਾਪ ਬਹਿ ਗਏ ਹੁਣ ਬੈੱਡ ਤੇ ਬਿਸਤਰੇ ਦੇ, ਠੀਕ ਹੈ। ਹੁਣ ਨਵੀਂ ਡਿਊਟੀ ਲਾਤੀ ਜਨਰਲ ਸਕੱਤਰ ਅਰੁਣ ਸਿੰਘ, ਜਿਹਨਾਂ ਦਾ ਨਾਮ ਵੀ ਕੁਝ ਖਾਸ ਲੋਕਾਂ ਨੇ ਸ਼ਾਇਦ ਨਾ ਸੁਣਿਆ ਹੋਵੇਗਾ। ਹੁਣ ਉਹਨਾਂ ਦਾ ਬਿਆਨ ਆ ਰਿਹਾ ਕਿ ਹਾਂ ਬਈ ਕਿਸਾਨ ਤਾਂ ਇਹਦੇ ਵਿੱਚ ਹੈ ਹੀ ਨਹੀਂ, 1% ਵੀ ਕਿਸਾਨ ਨਹੀਂ ਹੈ। ਬੇਸਿਕਲੀ ਜਿਵੇਂ ਤੁਸੀਂ ਕਿਹਾ ਕਿ ਹਮ ਜਿਹੜਾ ਦੂਜਾ ਤਬਕਾ ਹੈ ਲੋਕਾਂ ਨੂੰ ਖੁਸ਼ ਰੱਖਣ ਦਾ, ਜਾਂ ਫਿਰ ਇੱਕ ਜਿਹੜਾ ਪੂਰਾ ਮੀਡੀਆ ਹੈ ਜਿਹੜਾ ਨਿਰੰਤਰ ਇਹਨਾਂ ਦੀ ਚਾਪਲੂਸੀ ਕਰ ਰਿਹਾ, ਉਹਨਾਂ ਨੂੰ ਜਿਹੜਾ ਇੱਕ ਮਟੀਰੀਅਲ ਦਿੱਤਾ ਜਾ ਰਿਹਾ ਬਾਰ-ਬਾਰ ਕਿ ਹਾਂ ਵੀ ਤੁਸੀਂ ਆਹੀ ਗੱਲ ਬੋਲੀ ਜਾਓ, ਇਹੀ ਗੱਲ ਦਿਖਾਈ ਜਾਓ, ਕਿ ਲੋਕਾਂ ਨੂੰ ਬੇਵਕੂਫ ਦਿਖਾਈ ਜਾਓ ਜਿਹੜੇ ਤਾਂ ਇਸ ਧਰਨੇ 'ਚ ਬੈਠੇ ਹੋਏ ਨੇ। ਸੋ ਮੈਂ ਕਹਿੰਦਾ ਬੜੀ ਬੇਵਕੂਫੀ ਵਾਲੀ ਗੱਲ ਤਾਂ ਇਹਨਾਂ ਨੇ ਕੀਤੀ ਹੈ, ਕਹਿੰਦੇ 1% ਵੀ ਜਿਹੜਾ ਹੈ ਉਹ ਕਿਸਾਨ ਨਹੀਂ ਹੈ। ਪਹਿਲਾਂ ਤੇ ਇਹ ਗੌਰ ਕਰਨ ਵਾਲੀ ਗੱਲ ਆ ਕਿ ਅਸੀਂ 2% ਹੁੰਨੇ ਆ, ਪੂਰੀ ਦੁਨੀਆ ਦਾ ਜਿਹੜਾ ਸਿੱਖ ਹੈ ਉਹ ਕਿਤੇ ਨਾ ਕਿਤੇ 2% ਹੀ ਆ ਜੀ। ਤਾਂ 2% ਜਿਹੜੇ ਨੇ ਉਹ ਇਹਨਾਂ ਨੂੰ ਭਾਜੜਾਂ ਪਾ ਕੇ ਬੈਠੇ ਨੇ, ਤੇ ਹੁਣ ਇਹ ਕਹਿੰਦੇ ਜੀ ਉਹ 1% ਵੀ ਕਿਸਾਨ ਨਹੀਂ ਹੈਗਾ। ਤੁਸੀਂ ਦੇਖੋ ਕਿ ਅੱਜ ਜੇ ਆਪਾਂ ਗੱਲ ਕਰੀਏ, ਸ਼ਨੀਵਾਰ ਦੀ ਗੱਲ ਕਰੀਏ, ਤੇ ਇੱਥੋਂ ਤਕਰੀਬਨ 1500 ਟਰਾਲੀ ਜਿਹੜੀ ਆ ਪੰਜਾਬ ਚੋਂ ਗਈ ਆ ਜੀ। ਉਹ ਇਹਨਾਂ ਦੇ ਟ੍ਰੈਫਿਕ ਜਿਹੜੇ ਨੇ, ਜਿਹੜੇ ਸੈਂਟਰ ਦੀਆਂ ਏਜੰਸੀਆਂ ਨੇ, ਉਹ ਟ੍ਰੈਫਿਕ ਕਰਕੇ ਗਿਣ ਕੇ ਦੱਸਦੀਆਂ ਵੀ ਭਾਈ 1500 ਆ ਗਈਆਂ। ਹੁਣ 1500 ਟਰਾਲੀਆਂ ਦੇ ਵਿੱਚ ਜੇ ਤੁਸੀਂ ਇੱਕ ਵੀ ਕਿਸਾਨ ਲਾਓ ਤੇ 1500 ਜਿਹੜੇ ਕਿਸਾਨ ਤਾਂ ਹੋਣਗੇ ਹੀ। ਫਿਰ ਇਹ ਕਹਿੰਦੇ ਜੀ 1% ਕਿਸਾਨ ਨਹੀਂ ਹੈਗੇ, ਤਾਂ ਉਹ ਹਾਸੋਹੀਣੀਆਂ ਗੱਲਾਂ ਨੇ। ਇਹ ਕਿਤੇ ਨਾ ਕਿਤੇ ਦੇਖੋ, ਇਹ ਜਿਹੜੇ ਇਹਨਾਂ ਨੂੰ ਦਿੱਲੀ ਤੋਂ ਬਾਹਰ ਆਏ ਨਹੀਂ ਹੈਗੇ, ਇਹਨਾਂ ਨੂੰ ਕੀ ਪਤਾ ਕਿ ਜਿਹੜੇ ਸਾਡੇ ਕਿਸਾਨ ਨੇ ਉਹ ਅੰਗਰੇਜ਼ੀਆਂ ਵੀ ਬੋਲਦੇ ਨੇ, ਹੁਣ ਟਵਿੱਟਰ ਤੱਕ ਵੀ ਆ ਗਏ ਨੇ, ਔਰ ਕਿਤੇ ਨਾ ਕਿਤੇ ਦੇਖੋ ਇਹ ਗਰਾਊਂਡ ਰਿਐਲਿਟੀ ਤੋਂ ਵਾਕਫ ਨਹੀਂ ਹੈਗੇ। ਚਾਹੇ ਉਹ JP ਨੱਡਾ ਕਹਿ ਲਓ, ਚਾਹੇ ਉਹ ਇਹਨਾਂ ਦੇ ਕੋਈ ਜਨਰਲ ਸੈਕਟਰੀ ਆ ਉਹ ਕਹਿ ਲਓ, ਕਿ ਜਾਂ ਫਿਰ ਇਹ ਕਹਿ ਲਓ ਕਿ ਜਿਹੜੀਆਂ ਇਹਨਾਂ ਦੀਆਂ PR ਜਿਹੜੀਆਂ ਕੰਪਨੀਆਂ ਨੇ ਬਾਵੇ ਬਹੁਤ ਸਟਰੋਂਗ ਨੇ, ਪਰ ਉਹ ਹਜੇ ਤੱਕ ਵੀ ਪੰਜਾਬ ਦੀ ਹਾਰਡ ਕੋਰ ਤੋਂ, ਪੰਜਾਬ ਦੇ ਰੂਹ ਤੋਂ ਵਾਕਫ ਨਹੀਂ ਹੋਈਆਂ। ਖੈਰ ਸਾਹਿਬ, ਮੈਂ ਕੋਈ ਪੰਜਾਬੀ ਗੀਤ ਸੁਣ ਰਿਹਾ ਸੀਗਾ, ਕਿਉਂਕਿ ਅੱਜ ਕੱਲ੍ਹ ਨਾ ਸਾਰੇ ਜਿਹੜੇ ਪੰਜਾਬੀ ਸਿੰਗਰਸ ਨੇ ਉਹਨਾਂ ਨੇ ਬਹੁਤ ਗਾਣੇ ਕੱਢੇ ਨੇ ਕਿਸਾਨਾਂ ਦੇ ਹੱਕ ਲਈ, ਕਿਸਾਨਾਂ ਦੀ ਆਵਾਜ਼ ਲਈ। ਉਹਨਾਂ ਵਿੱਚ ਇੱਕ ਦੋ ਲਾਈਨ ਸੀਗੀ ਕਿ ਹਾਂ ਵੀ ਭਾਵੇਂ ਜਿਹੜਾ ਦੇਸ਼ ਦਾ ਜਿਹੜਾ ਮੀਡੀਆ ਹੈ ਉਹ ਵਿਕ ਗਿਆ ਹੈ, ਪਰ ਜਿਹੜਾ ਕਿਸਾਨ BBC ਅੱਗੇ ਬੋਲਦਾ ਪਿਆ, ਕਿਉਂਕਿ BBC ਹਰ ਕੁਝ ਜਾਣਦਾ ਕਿ ਹਾਂ ਵੀ ਉਹ ਨਿਰਪੱਖ ਜਿਹੜੀ ਹੈ ਰਿਪੋਰਟਿੰਗ ਆਪਣੀ ਕਰਦਾ ਹੈ। ਸੋ ਉਹਦੇ ਵਿੱਚ ਉਹਨਾਂ ਨੇ ਆ ਕੇ ਵੀ ਆਪਣਾ ਜਵਾਬ ਦਿੱਤਾ ਹੈ। ਸੋ ਵਾਕਈ ਜਿਹੜਾ ਦੇਸ਼ ਦਾ ਮੀਡੀਆ ਉਹਨੂੰ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਉਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਇਹੋ ਜਿਹੇ ਜਿਹੜੇ ਮੰਤਰੀ ਨੇ ਜਿਨ੍ਹਾਂ ਦੀ ਕੋਈ ਮੈਂ ਕਹਿੰਦਾ ਕੋਈ ਪਛਾਣ ਨਹੀਂ ਹੈ, ਪਰ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਨੇ, ਜਾਂ ਫਿਰ ਕੋਈ ਵੱਡੀ ਸੀਟ ਜਾਂ ਕੋਈ ਵੱਡੀ ਹੱਡੀ ਇਹਨਾਂ ਨੂੰ ਦਿਖਦੀ ਹੋਣੀ ਹੈ ਕੇਂਦਰ ਵੱਲੋਂ, ਤਾਂ ਹੀ ਇਹੋ ਜਿਹੇ ਜਿਹੜੇ ਬਿਆਨ ਨੇ ਸਾਹਮਣੇ ਆਉਂਦੇ ਨੇ। ਦੇਖੋ ਇਦਾਂ ਦੀ ਬੈਦੀ ਗੱਗਾ ਦੇ ਵਿੱਚ ਬਹੁਤ ਜਣਿਆਂ ਨੇ ਹੱਥ ਧੋਣੇ ਆ ਜੀ। ਤੁਸੀਂ ਦੇਖੋ ਕਿ ਕਈ ਵਾਰ ਇਦਾਂ ਹੁੰਦਾ ਨਾ ਕਿ ਜਿੰਨੇ ਕੋਈ ਮੱਖੀ ਵੀ ਨਹੀਂ ਮਾਰੀ ਹੁੰਦੀ ਤੇ ਪਿੰਡ 'ਚ ਕੋਈ ਬੰਦਾ ਵੜ ਜਾਵੇ। ਆਪਣੇ ਇੱਥੇ ਕਾਲੇ ਕੱਛਾਂ ਵਾਲੇ ਮਸ਼ਹੂਰ ਹੁੰਦੇ ਨਾ, ਤੇ ਜੋ ਕਿਤੇ ਕੋਈ ਪਿੰਡ 'ਚ ਕਾਲੇ ਕੱਛਾਂ ਵਾਲਾ ਆ ਜਾਵੇ ਤੇ ਕਿਸੇ ਨੇ ਡੱਕ ਲਿਆ ਹੁੰਦਾ ਨਾ, ਤੇ ਕੋਈ ਦੇਖਣ ਜਾਂਦਾ ਹੁੰਦਾ ਨਾ, ਤੇ ਜੇ ਮੇਰੇ ਵਰਗਾ ਕੋਈ ਸ਼ਰੀਫ ਕਿਸੇ ਨੇ ਘਰ 'ਚ ਮੱਖੀ ਨਾ ਮਾਰਿਆ, ਉਹ ਵੀ ਥੱਪੜ ਮਾਰ ਕੇ ਆਉਂਦਾ, ਕਹਿੰਦਾ ਭਾਈ ਵੀ ਬਹਿੰਦੀ ਗੰਗਾ ਮੈਂ ਵੀ ਹੱਥ ਧੋ ਲਵਾਂ। ਸੋ ਇਹੀ ਹਿਸਾਬ ਜਿਹੜਾ ਇਹਨਾਂ ਦੇ ਜਿਹੜੇ ਹੁਣ ਛੋਟੇ ਮੋਟੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦੇ ਸੀਗੇ, ਹੁਣ ਇਹਨਾਂ ਨੇ ਉਹ ਅੱਗੇ ਲੈ ਕੇ ਆਉਣੇ ਆ, ਉਹਨਾਂ ਤੋਂ ਇਦਾਂ ਦੀਆਂ ਸਟੇਟਮੈਂਟ ਦਵਾਉਣੀਆਂ ਨੇ। ਤੁਸੀਂ ਸੁਣਿਆ ਹੋਣਾ ਕਿ ਲਗਾਤਾਰਤਾ ਜਿਹੜੀ ਹੈ ਉਹ ਬਹੁਤ ਜਿਹੜਾ ਹੈ ਉਹ ਲਾਹੇਵੰਦ ਹੁੰਦੀ ਹੈ। ਜਦੋਂ ਤੁਸੀਂ ਲਗਾਤਾਰ ਇੱਕ ਗੱਲ ਕਹੀ ਜਾਣੀ ਤਾਂ ਉਹ ਗੱਲ ਜਿਹੜੀ ਆ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਜਾਂਦੀ ਹੈ ਜੀ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦਾ ਪੁਰਾਣਾ ਪੈਂਤਰਾ ਇਹ ਆ। ਜਦੋਂ ਇਹ 2014 ਦੇ ਵਿੱਚ ਆਉਂਦੇ ਨੇ ਤੇ ਉਦੋਂ ਵੀ ਇਹਨਾਂ ਨੇ ਜਿਹੜੀ ਸੀਗੀ ਕਿ ਕੰਟੀਨਿਊਟੀ ਬਣਾ ਰੱਖੀ, ਚਾਹੇ ਉਹ ਰੇਡੀਓ ਹੋਵੇ, ਚਾਹੇ TV ਹੋਵੇ, ਚਾਹੇ ਉਹ ਸੋਸ਼ਲ ਸਾਈਟ ਹੋਵੇ, ਚਾਹੇ ਉਹ ਬੈਨਰ ਹੋਵੇ, ਚਾਹੇ ਬਿੱਲ ਬੋਰਡ ਹੋਵੇ, ਉਹਨਾਂ ਦੇ ਉੱਤੇ ਆਪਣਾ ਪ੍ਰਚਾਰ ਕੀਤਾ। ਹੁਣ ਇਹਨਾਂ ਦੀ IT ਸੈੱਲ ਦਾ ਇਹ ਪਹਿਲਾਂ ਤੋਂ ਕੰਮ ਰਿਹਾ ਹੈ ਕਿ ਉਹ ਇਦਾਂ ਦੇ ਕੰਮ, ਇਦਾਂ ਦੇ ਪੈਤਰੇ ਕਰਦੇ ਰਹੀ ਹੈ ਜੀ। ਖੈਰ ਸਾਹਿਬ, ਇੱਕ ਜੇਕਰ ਗੱਲ ਕਰੀਏ ਕਿ ਜਿਹੜਾ ਸੰਘਰਸ਼ ਚੱਲ ਰਿਹਾ, ਜਿਹੜੇ ਕਿਸਾਨ ਉੱਤੇ ਬੈਠੇ ਨੇ, ਐਡਾ ਪਰਿਵਾਰ ਲੈ ਕੇ ਬੈਠੇ ਨੇ, ਮੈਂ ਕਹਿੰਦਾ ਅੱਧੇ ਤੋਂ ਜ਼ਿਆਦਾ ਪੰਜਾਬ ਸਾਡਾ ਉੱਥੇ ਇਸ ਟਾਈਮ ਮੌਜੂਦ ਹੈ। ਸੋ ਉੱਥੇ ਕੀ ਚੱਲ ਰਿਹਾ ਉੱਥੇ ਜੀ, ਜਿਹੜਾ ਜੋ ਕੋਈ ਵੀ ਐਕਟੀਵਿਟੀ ਚੱਲ ਰਹੀ ਹੈ ਨਾ, ਉਹਦੇ ਨਾਲ ਜਿਹੜੇ ਸੱਜੇ ਪੱਖੀ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਹੋ ਰਹੀ ਹੈ। ਉਹਨਾਂ ਦੇ ਮੈਂ ਕਹਿੰਦਾ ਕਾਲਜੇ ਪੀੜ ਮਚਣ ਰਹੀ ਹੈ। ਹਾਂ ਵੀ ਚਾਹੇ ਪੀਜ਼ਾ ਦੇ ਲੰਗਰ ਦੀ ਗੱਲ ਹੋਵੇ ਜਾਂ ਕੋਈ ਹੋਰ ਐਕਟੀਵਿਟੀ ਨੇ, ਜਿਵੇਂ ਹੁਣ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਖਾਲਸਾ ਐਡ ਵਾਲਿਆਂ ਨੇ ਉੱਥੇ ਇੱਕ ਮਸਾਜ ਵਾਲੀ ਚੇਅਰਸ ਰੱਖੀਆਂ ਹੋਈਆਂ ਜਿੱਥੇ ਸਾਡੇ ਬਾਬੇ ਬਹਿ ਕੇ ਲੱਤਾਂ ਜਿਹੜੀ ਘੁੱਟਦੀਆਂ ਨੇ, ਆਟੋਮੈਟਿਕ ਮਸ਼ੀਨਾਂ ਜੀ। ਸੋ ਕਹਿੰਦੇ ਜੀ ਆਹ ਕਿਹੜਾ ਪ੍ਰੋਟੈਸਟ ਹੋ ਰਿਹਾ ਜੀ, ਇੱਥੇ ਤਾਂ ਤੁਸੀਂ ਜੀ ਮੈਂ ਕਹਿੰਦਾ ਸ਼ਾਹੀ ਜ਼ਿੰਦਗੀ ਬਤੀਤ ਕਰ ਰਹੇ ਹੋ। ਜਦੋਂ ਉਹੀ ਖਾਲਸਾ ਏਡ ਜਾਂ ਜਦੋਂ ਉਹੀ ਸਰਬੱਤ ਦਾ ਭਲਾ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਾ ਕੇ ਪੂਰੇ ਭਾਰਤ ਜਿਹੜਾ ਵੀ ਕੋਈ ਵੀ ਇਨਸਾਨ ਜਿਹੜਾ ਹੈ ਉਸਦੀ ਹੈਲਪ ਕਰਦਾ, ਮਦਦ ਕਰਦਾ, ਉਦੋਂ ਕੋਈ ਪ੍ਰੋਬਲਮ ਨਹੀਂ ਹੁੰਦੀ। ਜਦੋਂ ਕਿਸਾਨਾਂ ਦੀ ਵਾਰੀ ਆ ਗਈ ਵੀ ਇਹਨਾਂ ਨੂੰ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਹੁਣ ਉਹੀ ਕਿਸਾਨ, ਠੀਕ ਹੈ, ਜਿਹੜਾ ਫਾਹੇ ਲੈਂਦਾ ਸੀ ਪਹਿਲਾਂ, ਹਨਾ,
ਥੋੜੀ ਦੇਰ ਪਹਿਲਾਂ ਹਲੇ ਵੀ ਲੈਂਦੇ ਰਹਿੰਦੇ ਹਨ, ਜਿਹੜੇ ਮਤਲਬ ਜਿਹੜਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ, ਕਿਸਾਨ ਜਿਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ, ਕੋਈ ਵੀ ਜਿਹੜੇ ਲੱਖ ਜਿਹੜੇ ਕਾਰਨ ਨੇ ਉਹਦੇ ਵਿੱਚ ਜੋ ਕਿਸਾਨ ਜਿਹੜਾ ਫਾਹੇ ਲੈਂਦਾ ਉਦੋਂ ਇਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ। ਅੱਜ ਕਿਸਾਨ ਉੱਥੇ ਬੈਠਾ ਧਰਨੇ ਤੇ ਉਦੋਂ ਇਹਨਾਂ ਨੂੰ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਸੋ ਜਿਹੜੀ ਦੋ ਗਲੀਆਂ ਜਿਹੜੀਆਂ ਮੈਂ ਕਹਿੰਦਾ ਵਿਚਾਰਧਾਰਾਵਾਂ ਨੇ, ਇਹਨਾਂ ਨੇ ਵਾਕਈ ਸਾਡਾ ਜਿਹੜਾ ਦੇਸ਼ ਉਹ ਕਾਫੀ ਖਰਾਬ ਕਰ ਦਿੱਤਾ ਹੈ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਮੌਜੂਦਾ ਉੱਥੇ ਕੀ ਚੱਲ ਰਿਹਾ ਹੁਣ, ਉੱਥੇ ਅੱਜ ਕੱਲ੍ਹ 'ਚ ਕੀ ਚੱਲ ਰਿਹਾ ਉੱਥੇ ਜੀ, ਖੂਨਦਾਨ ਕੈਂਪ ਲਗਾਇਆ ਗਿਆ ਜੀ। ਐਂਡ ਵਾਕਈ ਇੰਨੇ ਸਾਰੇ ਮੈਂ ਕਹਿੰਦਾ ਉੱਥੇ ਜਿਹੜੇ ਨੌਜਵਾਨ ਇਕੱਠੇ ਹੋ ਗਏ, ਭਰ ਕੇ ਬੋਤਲਾਂ ਜਿਹੜੀਆਂ ਨੇ ਉਹ ਖੂਨ ਦੀਆਂ ਦੇ ਰਹੇ ਨੇ। ਸੋ ਇਹੋ ਜਿਹਾ ਅੰਦੋਲਨ ਮੈਂ ਕਹਿੰਦਾ ਕਿ ਸਾਲ 'ਚ 2-3 ਵਾਰੀ ਤਾਂ ਹੋ ਹੀ ਜਾਣਾ ਚਾਹੀਦਾ ਜੀ। ਦੇਖੋ ਕਿਤੇ ਨਾ ਕਿਤੇ ਅਸੀਂ ਬੜੀ ਵਾਰੀ ਗੱਲ ਕਰ ਰਹੇ ਹਾਂ, ਚਾਹੇ ਉਹ ਆਫ ਕੈਮਰਾ ਹੋਵੇ ਚਾਹੇ ਕੈਮਰੇ ਦੇ ਉੱਤੇ ਹੋਵੇ, ਕਿ ਪੰਜਾਬ ਦੀ ਨੁਹਾਰ ਜਿਹੜੀ ਹੈ ਪੂਰੀ ਤਰ੍ਹਾਂ ਬਦਲ ਗਈ। ਉਹ ਪੰਜਾਬ ਜਿਹੜਾ ਕਦੇ ਕਹਿ ਲਓ ਕਿ ਸਾਡੇ ਦਰਬਾਰ ਸਾਹਿਬ ਜਾਈਏ, ਸ਼੍ਰੀ ਗੁਰੂ ਅੰਮ੍ਰਿਤਸਰ ਜਾਂਦੇ ਹਾਂ ਅਸੀਂ, ਉੱਥੇ 4 ਦਰਵਾਜ਼ੇ ਨੇ, ਉੱਥੇ ਉਹ ਇਹ ਹੈ ਕਿ ਸਮਾਨਤਾ ਆ। ਹੁਣ ਕਿਤੇ ਨਾ ਕਿਤੇ ਇਹ ਸੰਘਰਸ਼ ਸਮਾਨਤਾ ਦੇਖਣ ਨੂੰ ਮਿਲ ਰਹੀ ਆ। ਤੁਹਾਡੀਆਂ ਅੱਖਾਂ ਭਰ ਆਉਂਦੀਆਂ ਜਦੋਂ ਤੁਸੀਂ ਦੇਖਦੇ ਹੋ ਲਾਗੇ ਛਾਗੇ ਨਾ ਜਿਹੜੇ ਉੱਥੇ ਬੱਚੇ ਛੋਟੇ ਤੇ ਉਹਨਾਂ ਨੂੰ ਮੀਡੀਆ ਪੁੱਛਣ ਡਿਆ ਕਿ ਤੁਸੀਂ ਕਿੱਥੇ ਚੱਲੇ ਹੋ, ਉਹ ਕਹਿੰਦੇ ਜੀ ਖਾਣੇ ਚੱਲੇ ਆ। ਉਹ ਕਹਿੰਦਾ ਕਿੱਥੇ ਖਾਣੇ ਚੱਲੇ ਆ? ਕਹਿੰਦਾ ਜੀ ਫਲਾਣੇ ਥਾਂ ਉੱਥੇ ਰੋਡ ਦੇ ਉੱਤੇ ਅਸੀਂ ਬੈਠੇ ਆ, ਉਹ ਬਹੁਤ ਕੁਝ ਖਾਣ ਨੂੰ ਦਿੰਦੇ, ਅਸੀਂ ਖਾਣ ਚੱਲੇ ਆ। ਕਹਿੰਦੇ ਜੀ ਉਹ ਕੌਣ ਆ? ਕਹਿੰਦੇ ਜੀ ਉਹ ਸਰਦਾਰ ਹੁੰਦੇ ਆ। ਸੋ ਤੁਹਾਨੂੰ ਲੱਗਦਾ ਹੈ ਕਿ ਦੇਖੋ ਅਸੀਂ ਉਹ ਕੌਮ ਆ ਜਿਹੜੀ ਹਰ ਕਿਸੇ ਦਾ ਭਲਾ ਸੋਚਦੀ ਆ। ਕਿਸੇ ਨੂੰ ਅਸੀਂ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ, ਮੈਂ ਅੱਜ ਵੀ ਗੱਲ ਕਰ ਰਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ 1920 ਦੇ ਵਿੱਚ ਬਣਦੀ ਆ ਤਾਂ ਬੜੇ ਚੰਗੇ ਮਨਸ਼ੇ ਸੀਗੇ, ਫਿਰ ਹੌਲੀ ਇਹਨਾਂ ਦੇ ਮਨਸ਼ਾ ਕਰਕੇ ਸਾਡੇ ਕਿਸਾਨ, ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਖੁਦਕੁਸ਼ੀਆਂ ਤੱਕ ਜਿਹੜੇ ਆ ਉਹ ਕਰਨੇ ਸ਼ੁਰੂ ਕਰ ਦਿੱਤੇ। ਠੀਕ ਹੈ, ਤੇ ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਇਹ ਰੱਬ ਨੇ ਸਬੱਬ ਬਣਾਇਆ ਕਿ ਮੁੜ ਸੁਰਜੀਤ ਹੋ ਗਏ ਅਸੀਂ ਜੀ। ਸੋ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਕਿਸਾਨ ਜਿਹੜੇ ਨੇ ਉਹ ਇਸ ਵਕਤ ਬੈਠੇ ਹੋਏ ਨੇ, ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਸੋ ਉਹਨਾਂ ਦਾ ਸਮਰਥਨ ਜਿਹੜਾ ਹੈ ਕਾਂਗਰਸ ਜਿਹੜੀ ਪਾਰਟੀ ਹੈ ਉਹ ਵੀ ਕਰ ਰਹੀ ਹੈ, ਜਿਹੜਾ ਕੇਜਰੀਵਾਲ ਸਰਕਾਰ ਹੈ ਉਹ ਵੀ ਕਰ ਰਹੀ ਹੈ। ਕੇਜਰੀਵਾਲ ਤਾਂ ਈਵਨ ਆਪ ਜਿਹੜੇ ਕਹਿੰਦੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਬਸ ਇਹਨਾਂ ਨੇ ਇਤਿਹਾਸ ਵਿੱਚ ਕਾਫੀ ਭੁੱਖ ਹੜਤਾਲਾਂ ਕੀਤੀਆਂ ਹੋਈਆਂ ਨੇ, ਕੁਝ ਆਪਣੇ ਸਵਾਰਥ ਦੇ ਲਈ ਜਾਂ ਫਿਰ ਕੋਈ ਕੁਝ ਦਿੱਲੀ ਦੇ ਸਵਾਰਥ ਦੇ ਲਈ। ਪਰ ਇਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਜੋ ਸਵਾਰਥ ਜਿਹੜਾ ਮਰਜ਼ੀ ਹੋਇਆ ਹੋਵੇ, ਪਰ ਹਾਂ ਕਿਸਾਨਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ। ਸੋ ਅਸੀਂ ਤਾਂ ਵੈਲਕਮ ਕਰਦੇ ਹਾਂ। ਐਟ ਸੇਮ ਟਾਈਮ ਤੇ ਜੇਕਰ ਕੇਂਦਰ ਸਰਕਾਰ ਦੇ ਇਸ ਦਾ ਕੋਈ ਮੈਂ ਕਹਿੰਦਾ ਕੋਈ ਅਸਰ ਹੁੰਦਾ ਤਾਂ ਜ਼ਰੂਰ ਉਹਨਾਂ ਨੂੰ ਵੇਖਣਾ ਚਾਹੀਦਾ। ਦੇਖੋ ਜੇ ਹੁਣ ਉਹਨਾਂ ਨੇ ਭੁੱਖ ਹੜਤਾਲ ਤੇ ਬੈਠੇ ਉਸ ਦਿਨ ਉਹ ਆਏ ਵੀ ਹੈਗੇ ਆ, ਔਰ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਸਾਡੇ ਸਟੇਡੀਅਮ ਸੀਗੇ ਉਹ ਜੇਲ੍ਹਾਂ ਭਰਨ ਤੋਂ ਜਿਹੜਾ ਆ ਉਹ ਬਚਾ ਲਏ ਨੇ। ਸੋ ਕਿਤੇ ਨਾ ਕਿਤੇ ਤੁਸੀਂ ਚਲੋ ਚਾਹੇ ਉਹ ਕੋਸ਼ਿਸ਼ ਵੀ ਕਰ, ਦੇਖੋ ਪੋਲੀਟੀਕਲ ਮਾਈਲੇਜ ਤਾਂ ਹਰ ਕਿਸੇ ਨੇ ਲੈਣੀ ਆ, ਕੋਈ ਚੰਗੀ ਮਾਈਲੇਜ ਲੈ ਲਓ ਤਾਂ ਫਿਰ ਸਾਨੂੰ ਕੀ ਫਰਕ ਪੈਂਦਾ, ਸਾਡੇ ਨਾਲ ਖੜੇ ਨੇ, ਕਿਉਂ ਪ੍ਰਤੀਕਾਤਮਕ ਹੈ। ਤੁਸੀਂ ਐਡੇ ਵੱਡੇ ਅੰਦੋਲਨ ਦੇ ਵਿੱਚ ਜੇ ਆਪਣਾ ਥੋੜਾ ਜਿਹਾ ਹੱਥ ਵੀ ਪਾ ਲਓ ਨਾ, ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਤੁਸੀਂ ਬਹਿੰਦੀ ਗੱਗਾ ਦੇ ਵਿੱਚ ਹੱਥ ਧੋ ਲਏ ਨੇ। ਤਾਂ ਜੇ ਕੋਈ ਆ ਰਿਹਾ ਹੈ ਉਹ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਚਾਹੇ ਉਹ ਕੋਈ ਵੀ ਹੈ ਜੀ। ਖੈਰ ਸਾਹਿਬ, ਜੇਕਰ ਗੱਲ ਕਰੀਏ ਨਾ ਇਸ ਸੰਘਰਸ਼ ਦੇ ਵਿੱਚ, ਤਾਂ 3 ਪੀੜ੍ਹੀਆਂ ਬੈਠੀਆਂ ਹੋਈਆਂ ਨੇ ਜੀ। ਜਿਹੜੇ ਸਾਡੇ ਬਾਬੇ ਨੇ, ਬਜ਼ੁਰਗ ਨੇ, ਦਾਦੇ ਦੀ ਉਮਰ ਦੇ ਨੇ, ਉਹ ਬੈਠੇ ਹੋਏ ਨੇ, ਸਾਡੇ ਪਿਓ ਦੀ ਉਮਰ ਦੇ ਬੈਠੇ ਹੋਏ ਨੇ, ਸਾਡੇ ਆਪ ਦੀ ਉਮਰ ਦੇ ਬੈਠੇ ਹੋਏ ਨੇ, ਤੇ ਇੱਕ ਛੋਟੇ ਜਿਹੜੇ ਹੋਰ ਨੇ ਹਨਾ, ਜਿਹੜੇ ਬੱਚੇ ਨੇ ਉਹ ਵੀ ਬੈਠੇ ਹੋਏ ਨੇ। ਕਹਿਣ ਤੋਂ ਬਾਅਦ ਕਿ 3 ਪੀੜ੍ਹੀਆਂ ਜਿਹੜੀਆਂ ਨੇ, ਹਮੇਸ਼ਾ 3 ਪੀੜ੍ਹੀਆਂ ਕਾਊਂਟ ਕਰਦੇ ਨੇ ਹਨਾ, ਪਿਓ, ਦਾਦਾ, ਫਿਰ ਉਹਨਾਂ ਦਾ ਜਿਹੜਾ ਬੇਟਾ ਹਨਾ। ਸੋ 3 ਪੀੜ੍ਹੀਆਂ ਇਸ ਮੈਂ ਕਹਿੰਦਾ ਸੰਘਰਸ਼ ਨੂੰ ਦੇਖ ਰਹੀਆਂ ਨੇ ਹਨਾ, ਉਸ ਨੂੰ ਹੰਢਾ ਰਹੀਆਂ ਨੇ, ਤੇ ਆਉਣ ਵਾਲੇ ਬੱਚਿਆਂ ਨੂੰ ਦੱਸਿਆ ਜਾਏਗਾ ਕਿ ਹਾਂ ਵੀ 2020 ਦੇ ਵਿੱਚ ਆਹ ਸਮਾਂ ਹੋਇਆ ਸੀਗਾ। ਕਿਉਂਕਿ ਜਿਹੜਾ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ, ਜਿਹਦਾ ਚਲੋ 47 ਅਸੀਂ ਨਹੀਂ ਵੇਖਿਆ ਹਨਾ, ਉਸ ਤੋਂ ਪਹਿਲਾਂ ਹੋਰ ਵੀ ਜਿਹੜੇ ਕੰਮ ਹੋਏ ਅਸੀਂ ਨਹੀਂ ਵੇਖੇ। ਸੋ ਜਿਹੜਾ 2020 ਹੈ ਉਹ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ, ਐਂਡ ਆਲਰੇਡੀ ਲਿਖਿਆ ਜਾ ਚੁੱਕਿਆ ਹੈ ਕਿ ਹਾਂ ਵੀ ਦੁਨੀਆ ਦਾ ਸਭ ਤੋਂ ਵੱਡਾ ਤੇ ਸ਼ਾਂਤਮਈ ਜਿਹੜਾ ਪ੍ਰੋਟੈਸਟ ਹੈ ਇਸ ਵਕਤ ਇੰਡੀਆ ਸਿੰਘੂ ਬਾਰਡਰ ਵਿੱਚ ਹੋ ਰਿਹਾ, ਐਂਡ ਕਿਸਾਨਾਂ ਨੇ ਲਾਇਆ ਉੱਥੇ ਬਾਰਡਰ। ਦੇਖੋ ਜਦੋਂ ਤੁਸੀਂ ਗੱਲਾਂ ਸੁਣਦੇ ਆ ਨਾ, ਤੇ ਜਦੋਂ ਮੀਂਹ ਪਿਆ ਤੇ ਮੇਰਾ ਰਿਸ਼ਤੇਦਾਰ ਕੋਈ ਉੱਥੇ ਸੀ, ਮੈਂ ਫੋਨ ਕਰਕੇ ਪੁੱਛਿਆ ਵੀ ਕੀ ਇਹਦੇ ਹਾਲਾਤ ਨੇ। ਕਹਿੰਦਾ ਹਾਲਾਤ ਥੋੜੇ ਜਿਹੜੇ ਸੀਗੇ ਉਹ ਗੰਭੀਰ ਹੀ ਸੀਗੇ, ਰਾਤੀ ਗੱਦੇ ਸਾਡੇ ਭਿੱਜ ਗਏ ਆ, ਪਰ ਕਹਿੰਦਾ ਸਵੇਰੇ ਉੱਠੇ ਤਾਂ ਇਦਾਂ ਲੱਗਣ ਡਿਆ ਸੀ ਵੀ ਪਤਾ ਨਹੀਂ ਕਿਹੜੀ ਕੁਰਬਾਨੀ ਲਈ ਤਿਆਰ ਹੋਣ ਡੇ ਆ, ਕਿੰਨਾ ਕੁ ਅਸੀਂ ਘੋਲ ਘਾਲਣਾ ਆ, ਐਡੇ ਜਕਾਰੇ ਕਹਿੰਦਾ ਸਵੇਰੇ ਛੱਡੇ ਗਏ। ਕਹਿੰਦਾ ਵੀ ਸਾਨੂੰ ਤਾਂ ਉਮੀਦ ਜਿਹੜੀ ਆ, ਜਿੱਦਾਂ ਇਹ ਕਹਿ ਲਓ ਕਿ ਸਾਨੂੰ ਕਿਰਨ ਜਿਹੜੀ ਆ ਉਹ ਸਾਡੇ ਬਾਬਿਆਂ ਤੋਂ ਮਿਲਦੀ ਆ। ਇੱਥੇ ਕਹਿੰਦੇ ਬਜ਼ੁਰਗ ਇਦਾਂ ਦੇ ਨੇ, ਆਪਾਂ ਖਬਰਾਂ ਵੀ ਦੇਖ ਰਹੇ ਹਾਂ ਕਿ ਕੋਈ ਸਾਈਕਲ ਤੇ ਜਾਣ ਡਿਆ ਨੇ, ਔਰ ਇਹ ਕਿਤੇ ਨਾ ਕਿਤੇ ਪੰਜਾਬ ਆ, ਉਹ ਪੰਜਾਬ ਜਿਹੜਾ ਅਸੀਂ ਭੁੱਲ ਗਏ ਸੀਗੇ। ਸਾਡਾ ਪੰਜਾਬ ਜਿਹੜਾ ਹੈ ਉਹਦਾ ਇਤਿਹਾਸ ਬਹੁਤ ਮਾਣਮੱਤਾ ਰਿਹਾ ਆ ਨਾ, ਤੇ ਉਹ ਇਤਿਹਾਸ ਜਿਹੜਾ ਹੈ ਉਹ ਦੁਬਾਰਾ ਤੋਂ ਜਿਹੜਾ ਹੈ ਸਿਰਜਿਆ ਜਾ ਰਿਹਾ ਹੈ। ਸੋ ਕਿਤੇ ਨਾ ਕਿਤੇ ਇਹ ਮਾਣ ਵਾਲੀ ਗੱਲ ਹੈ, ਸ਼ਾਇਦ ਇਹ ਕੁਦਰਤੀ ਮੌਕਾ ਹੈ ਕਿ ਪੰਜਾਬੀ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਕੰਮ ਲਈ ਜਾਣੇ ਜਾਂਦੇ ਸੀ, ਉਹ ਇੱਕ ਵਾਰ ਫਿਰ ਤੋਂ ਸਾਡੇ ਦੇਸ਼ ਦੇ ਮੋਹਰੀ ਬਣ ਕੇ ਖੜੇ ਹੋਏ ਨੇ ਤੇ ਉਹ ਡਟੇ ਹੋਏ ਨੇ ਹੱਕ ਸੱਚ ਲਈ ਜੀ। ਸੋ ਕਿਸਾਨੀ ਸੰਘਰਸ਼ ਬਾਰੇ ਜਿਹੜੀ ਸਾਡੀ ਗੱਲਬਾਤ ਹੈ ਉਹ ਚੱਲਦੀ ਰਹੇਗੀ। ਫਿਲਹਾਲ ਸਮਾਂ ਹੋ ਚੁੱਕਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟਸ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP
EPN enrollment, PIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, टैक्स ਐਗਜ਼ੈਂਪਸ਼ਨ ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386 530-908-9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020 530-405-6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਔਰ ਅਸੀਂ ਗੱਲ ਕਰ ਰਹੇ ਸੀ ਕਿਸਾਨੀ ਸੰਘਰਸ਼ ਦੇ ਉੱਤੇ ਜੀ। ਲਗਾਤਾਰ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਤੇਜ਼ ਹੋਤਾ ਜਾ ਰਿਹਾ ਹੈ। ਜੇ ਅੱਜ ਗੱਲ ਕੀਤੀ ਜਾਵੇ ਤੇ ਅੱਜ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਸੱਦਾ ਸੀਗਾ ਕਿ DC ਦਫ਼ਤਰ ਜਿਹੜੇ ਨੇ ਉਹ ਕਿਰਾਏ ਕੀਤੇ ਜਾਣ। ਦੇਖਿਆ ਜਾਵੇ ਜਲੰਧਰ ਦੇ ਵਿੱਚ ਕਾਸਾ ਘਮਸਾਨ ਦੇਖਣ ਨੂੰ ਮਿਲਿਆ ਔਰ ਲਗਾਤਾਰ ਜਦੋਂ ਕੋਈ ਜਾ ਰਿਹਾ ਆ ਰਿਹਾ ਉਹ ਦੱਸ ਰਿਹਾ ਕਿ ਅੱਜ ਪੂਰੀ ਤਰ੍ਹਾਂ ਜਿਹੜਾ ਜਲੰਧਰ ਹੈ ਉਹ ਗਹਿਮਾ ਗਹਿਮੀ ਹੈ। ਇੱਦਾਂ ਹੀ ਬਹੁਤ ਸਾਰੇ ਹੋਰ ਪੰਜਾਬ ਦੇ ਥਾਂ ਦੇ ਵਿੱਚ ਗਹਿਮਾ ਗਹਿਮੀ ਹੈ। ਜੀ, ਪੰਜਾਬ ਦੇ ਸਾਰੇ ਹੀ ਜਿਹੜੇ ਸ਼ਹਿਰ ਨੇ ਉੱਥੇ ਜਿਹੜੇ DC ਆਫਿਸ ਦਾ ਉਹਨਾਂ ਦਾ ਘਿਰਾਓ ਕੀਤਾ ਗਿਆ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਜੋ ਕਿ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਦੇ ਰਹੀਆਂ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਨੇ ਹੁਣੇ ਖਬਰ ਆਈ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਆਮ ਲੋਕਾਂ ਤੋਂ ਮੁਆਫੀ ਮੰਗੀ ਹੈ। ਉਹਨਾਂ ਨੇ ਲਿਖਤੀ ਮਾਫੀ ਲਿਖ ਕੇ ਕਿਹਾ ਵਾ ਕਿ ਹਾਂ ਬਈ ਜੇਕਰ ਅਸੀਂ ਬੈਠੇ ਆ ਤੁਹਾਨੂੰ ਕਿਤੇ ਨਾ ਕਿਤੇ ਕੋਈ ਵੀ ਅਸੁਵਿਧਾ ਹੋ ਰਹੀ ਹੈ, ਕੋਈ ਖੇਚਲ ਹੋ ਰਹੀ ਹੈ, ਉਹਦਾ ਕਾਰਨ ਇਹੀ ਹੈ ਕਿ ਹਾਂ ਵੀ ਉਹ ਆਪਣੀ ਜਨਰੇਸ਼ਨਸ ਲਈ ਆਪਣੀ ਆਵਾਜ਼ ਚੁੱਕ ਰਹੇ ਨੇ। ਕੋਈ ਉਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ, ਹੈਨਾ। ਸੋ ਉਹਨਾਂ ਨੇ ਲੋਕਾਂ ਨੂੰ ਇਹੀ ਆਖਿਆ ਕਿ ਹਾਂ ਵੀ ਜੇਕਰ ਉਹ ਸੰਘਰਸ਼ ਤੇ ਬੈਠੇ ਨੇ ਤਾਂ ਜਿਹੜੀ ਲੜਾਈ ਹੈ ਕਿਤੇ ਨਾ ਕਿਤੇ ਤੁਹਾਡੇ ਸਾਰੇ ਲੋਕਾਂ ਦੀ ਵੀ ਲੜਾਈ ਵਿੱਚ ਸ਼ਾਮਿਲ ਹੈ ਐਂਡ ਜੇਕਰ ਤੁਹਾਨੂੰ ਕੋਈ ਅਸੁਵਿਧਾ ਹੋ ਰਹੀ ਹੈ ਤਾਂ ਉਸ ਲਈ ਉਹ ਮਾਫੀ ਚਾਹੁੰਦੇ ਨੇ। ਬਿਲਕੁਲ। ਦੇਖੋ ਮੋਹਿਤ ਜੀ, ਗੱਲ ਇਹ ਆ ਕਿ ਇੱਥੇ ਦੇਖਣ ਵਾਲੀ ਗੱਲ ਹੈ, ਕਿੰਨੀ ਖੂਬਸੂਰਤ ਗੱਲ ਹੈ। ਇਸ ਵਾਰ ਪਹਿਲੀ ਵਾਰ ਮੈਨੂੰ ਦੇਖਿਆ ਕਿ ਜਿਹਨੂੰ ਅਸੀਂ ਕਹਿੰਦੇ ਸੀ ਕਿ ਬਈ ਇਹ ਲੋਕ ਜਿਹੜੇ ਨੇ ਇਹ ਸਿਰਫ ਖੇਤਾਂ ਤੱਕ ਸੀਮਤ ਨੇ, ਇੰਨੀ ਸਮਝਦਾਰੀ ਦੇ ਨਾਲ ਕਿੱਥੋਂ ਕੰਮ ਕਰ ਰਹੇ ਨੇ, ਇੰਨੀ ਵਿਉਂਤਬੰਦੀ ਕਿੱਥੋਂ ਆ ਰਹੀ ਹੈ। ਅੱਜ ਜਦੋਂ ਲਗਾਤਾਰ ਦੇਖੋ ਟ੍ਰੈਫਿਕ ਦੇ ਵਿੱਚ ਮੈਂ ਵੀ ਘੰਟਾ 2 ਘੰਟੇ ਖੜ ਕੇ ਆਇਆ ਹਾਂ, ਪਰ ਉੱਥੇ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਇਹਦੇ ਵਿੱਚ ਹਿੱਸਾ ਪਾ ਰਹੇ ਹਾਂ ਔਰ ਲਗਾਤਾਰ ਇੱਦਾਂ ਦੀ ਸਟੇਟਮੈਂਟ ਆਉਣਾ ਕਿ ਸਾਨੂੰ ਮਾਫ ਕਰ ਦਿਓ, ਅਸੀਂ ਤੁਹਾਡੇ ਲਈ ਜੇ ਕਿਤੇ ਨਾ ਕਿਤੇ ਅਸੁਵਿਧਾ ਬਣੇ ਆ ਪਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਹਾਂ ਤੇ ਉੱਥੇ ਕੌਣ ਨਹੀਂ ਤੁਹਾਡੇ ਨਾਲ ਖੜਦਾ। ਇਹ ਗੱਲ ਜਿਹੜੀ ਹੈ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਵਜ਼ਾਰਤ ਹੈ, ਚਾਹੇ ਉਹ ਪੰਜਾਬ ਦੀ ਵਜ਼ਾਰਤ ਹੈ ਚਾਹੇ ਉਹ ਸੈਂਟਰ ਦੀ ਵਜ਼ਾਰਤ ਹੈ, ਉਹਨਾਂ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਹੈਕੜਬਾਜ਼ੀ ਛੱਡ ਕੇ ਜਿਹੜਾ ਹੈ ਉਹ ਮੈਦਾਨ ਦੇ ਵਿੱਚ ਨਿੱਤਰਨਾ ਚਾਹੀਦਾ ਹੈ ਔਰ ਲੋਕਤੰਤਰ ਦੇ ਹੱਕ ਵਿੱਚ ਫੈਸਲਾ ਲੈਣਾ ਚਾਹੀਦਾ ਹੈ। ਜੀ ਖੈਰਾ ਸਾਹਿਬ, ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ, ਜਿਹੜਾ ਅੰਦੋਲਨ ਚੱਲ ਰਿਹਾ, ਇਸ ਵਿੱਚ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਲਗਾਤਾਰ ਇੱਕ ਦੂਜੇ ਦੇ ਉੱਪਰ ਐਲੀਗੇਸ਼ਨਸ ਲਗਾ ਰਹੀਆਂ ਨੇ, ਹਨਾ। ਹਰ ਕੋਈ ਕਹਿ ਰਿਹਾ ਕਿ ਹਾਂ ਵੀ ਤੁਹਾਡੀ ਜੀ ਕੇਂਦਰ ਨਾਲ ਸੈਟਿੰਗ ਹੈ, ਤੁਸੀਂ ਆਪਣੀ ਆਵਾਜ਼ ਬੰਦ ਕਰਕੇ ਬੈਠੇ ਹੋ। ਹਰ ਕੋਈ ਜਿਹੜਾ ਹੈ ਉਹ ਉਲਟਾ ਉਹਨਾਂ ਨੂੰ ਬੋਲ ਰਿਹਾ ਕਿ ਨਹੀਂ ਸੈਟਿੰਗ ਤਾਂ ਤੁਹਾਡੀ ਹੈ। ਸੋ ਕੌਣ ਚਾਚਾ ਹੈ ਕੌਣ ਭਤੀਜਾ ਹੈ? ਦੇਖੋ ਤੁਸੀਂ ਇੱਦਾਂ ਸਿਆਸੀ ਲੋਕਾਂ ਨੂੰ ਗੱਲਾਂ ਘੁਮਾ ਕੇ ਨਾ ਕਰੋ, ਸਿੱਧੀ ਗੱਲ ਕਰੋ ਕਿ ਕੌਣ ਕਿੱਦਾਂ ਕਹਿ ਰਿਹਾ। ਸੋ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੈਪਟਨ ਸਾਹਿਬ ਉਹਨਾਂ ਨੂੰ ਕਹਿ ਰਹੀ ਹੈ ਕਿ ਹਾਂ ਵੀ ਤੁਹਾਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਨਾ ਕਿ ਰੀਸੈਂਟਲੀ ED ਦੇ ਬੜੇ ਚੱਕਰ ਲਾਉਣੇ ਪਏ, ਕੱਲੇ ਉਹਨਾਂ ਨੂੰ ਨਹੀਂ ਪੂਰੇ ਉਹਨਾਂ ਦੇ ਪਰਿਵਾਰ ਨੂੰ। ਸੋ ਉਸ ਤੋਂ ਬਾਅਦ ਹੀ ਜਿਹੜਾ ਹੈ ਉਹਨਾਂ ਨੇ ਬਾਰ-ਬਾਰ ਅਚਾਨਕ ਹੀ ਮੈਂ ਕਹਿੰਦਾ ਜਿਹੜੇ ਸਰਗਰਮ ਹੋ ਗਏ, ਕਦੀ ਅਮਿਤ ਸ਼ਾਹ ਨੂੰ ਅਪਰੋਚ ਕਰ ਰਹੇ, ਕਦੀ ਕਿਸਾਨਾਂ ਨੂੰ ਅਪਰੋਚ ਕਰ ਰਹੇ ਸੀਗੇ ਐਂਡ ਸੋ ਫਾਈਨਲੀ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਚੱਲ ਰਹੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਐਲਾਨ ਵੀ ਕਰਵਾਤਾ ਸੀਗਾ ਐਂਡ ਖਤਮ ਹੋ ਵੀ ਗਏ ਸੀਗੇ। ਸੋ ਉਸ ਤੋਂ ਬਾਅਦ ਤਾਂ ਜਿਹੜੇ ਪੂਰੇ ਭਾਰਤ ਦੀ ਜਿਹੜੇ ਕਿਸਾਨ ਜਥੇਬੰਦੀਆਂ ਸੀਗੇ ਜਿਹਨਾਂ ਨੇ 26-27 ਜਿਹੜਾ ਦਿੱਲੀ ਘਿਰਾਓ ਕਰਨ ਦੀ ਗੱਲ ਸੀਗੀ। ਸੋ ਕਹਿਣ ਦੀ ਗੱਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ED ਦੇ ਦਬਾਅ ਜਾਂ ਫਿਰ ਕਹੀਏ ਕਿ ਡਾਇਰੈਕਟਲੀ ਕੇਂਦਰ ਦੇ ਦਬਾਅ ਕਰਕੇ ਜਿਹੜਾ ਹੈ ਆਪਣੀ ਜਿਹੜੀ ਆਵਾਜ਼ ਹੈ ਉਹ ਨਿਊਟਰਲ ਰੱਖਣ ਦੀ ਕੋਸ਼ਿਸ਼ ਕੀਤੀ। ਸਰਕਾਰ ਦੇ ਖਿਲਾਫ ਉਹਨਾਂ ਨੇ ਕੋਈ ਬਹੁਤੀ ਵੱਡੀ ਸਟੇਟਮੈਂਟ ਹਾਲੇ ਤੱਕ ਕੋਈ ਜ਼ਿਆਦਾ ਨਹੀਂ ਦਿੱਤੀ ਤੇ ਕਿਸਾਨਾਂ ਨੂੰ ਮਨਾਉਣ ਦੀ ਜਿਹੜੀ ਕੋਸ਼ਿਸ਼ ਹੈ ਬੈਕ ਟੂ ਬੈਕ ਕੀਤੀ ਜਾ ਰਹੀ ਹੈ। ਦੇਖੋ ਇਹ BJP ਦਾ ਬਹੁਤ ਵੱਡਾ ਪੈਂਤਰਾ ਹੈ। ਅੱਜ ਨਹੀਂ, ਇਸ ਕੇਸ 'ਚ ਨਹੀਂ, ਉਹਨਾਂ ਨੇ ਬਹੁਤ ਸਾਰੇ ਕੇਸਿਸ ਦੇ ਵਿੱਚ ਜਿਹੜਾ ਹੈ ਇਹ ਪੈਂਤਰਾ ਵਰਤ ਲਿਆ। ਮੈਨੂੰ ਕਦੀ ਇਹ ਲੱਗਦਾ ਹੁੰਦਾ ਕਿ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਆਂ ਨੇ ਨਾ ਉਹ ਰੱਖੀਆਂ ਇਸ ਕੰਮ ਲਈ ਹੈ ਕਿ ਭਾਈ ਜਿਹੜਾ ਸਾਡਾ ਕੋਈ ਗੱਲ ਨਹੀਂ ਮੰਨਦਾ ਨਾ ਉਹਦੇ ਗੱਲ ਨੂੰ ਪੈ ਜਾਓ ਤੁਸੀਂ ਔਰ ਫਿਰ ਗੱਲ ਨੂੰ ਇਹੋ ਪਾਓ ਕਿ ਉਹ ਸਾਡੀ ਗੱਲ ਮੰਨ ਲਵੇ। ਹੁਣ ਜੇ ਆਪਾਂ ਗੱਲ ਕਰ ਲਈਏ ਕਿ ਉਦੋਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਤਾਂ ਉਹਨਾਂ ਨੇ ਨਿਕਲਦੇ ਸਾਰ ਹੀ ਇਹ ਕਹਿ ਦਿੱਤਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ ਭਾਈ, ਜਲਦੀ ਕੰਮ ਖਤਮ ਕਰ ਲਓ। ਚਾਹੇ ਉਹਨਾਂ ਨੇ ਜਿਹੜਾ ਹੈ ਇਹ ਗੱਲ ਨਿਊਟਰਲ ਰੱਖੀ ਪਰ ਕਿਤੇ ਨਾ ਕਿਤੇ ਸਭ ਨੂੰ ਪਤਾ ਸੀ ਕਿ ਉਹਨਾਂ ਦੇ ਵਿੱਚ ਉਹ ਨਹੀਂ ਬੋਲਦੇ ਸੀ, ਰਕਾਨੇ ਅਮਰਿਤ ਸ਼ਾਹ ਬੋਲਦਾ ਸੀਗਾ। ਸੋ ਇਹ ਕਿਤੇ ਨਾ ਕਿਤੇ ਚਲੋ ਇਹ ਗੱਲ ਤਾਂ ਕਿਸੇ ਤੋਂ ਨਹੀਂ ਲੁਕੀ ਹੈਗੀ ਪਰ ਮੈਨੂੰ ਲੱਗਦਾ ਕਿ ਕੇਜਰੀਵਾਲ ਨੇ ਫਿਰ ਕਿਹਾ ਵੀ ਸਹੀ ਹੈ ਕਿ ਤੁਸੀਂ ਸੈਟਿੰਗ ਕਰ ਲਈ ਸੀਗੀ। ਚਲੋ ਸੈਟਿੰਗ ਉਹ ਗੱਲ ਵੱਖਰੀ ਕਿ ਹੁਣ ਜਿਹੜੀ ਸੈਟਿੰਗ ਹੈ ਉਹ ਕਿਸੇ ਹੱਦ ਤੱਕ ਹੋ ਨਹੀਂ ਸਕਦੀ। ਇੱਥੇ ਨਾ ਪੂਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਉਹ ਪਰੇਸ਼ਾਨ ਹੈ ਕਿ ਭਾਈ ਇਹ ਐਡੇ ਕਿੱਦਾਂ ਨਿਕਲ ਆਏ, ਇਹ ਅੱਗੇ ਕਿੱਦਾਂ ਨਿਕਲ ਆਏ।
ਇਹ ਤਾਂ ਉਹ ਲੋਕ ਸੀ ਜਿਹੜੇ ਅਸੀਂ ਕਦੀ ਅੱਗੇ ਹੋਣ ਹੀ ਨਹੀਂ ਦਿੱਤੇ, ਅਸੀਂ ਤਾਂ ਇਹਨਾਂ ਨੂੰ ਸੁੰਨ ਕਰ ਦਿੱਤਾ ਸੀਗਾ। ਕਿਤੇ ਨਾ ਕਿਤੇ ਸੈਂਟਰ ਦੀਆਂ ਗਲਤ ਨੀਤੀਆਂ ਕਰਕੇ ਔਰ ਉਹਨਾਂ ਨੀਤੀਆਂ ਨੂੰ ਜਿਹੜਾ ਹੈ ਅੱਗੋਂ ਫੋਲੋ ਕਰਕੇ ਜਿਹੜਾ ਹੈ ਸੂਬਾ ਸਰਕਾਰਾਂ, ਚਾਹੇ ਉਹ ਕੇਂਦਰ ਦੇ ਵਿੱਚ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਇਹਨਾਂ ਨੇ ਪੰਜਾਬ ਦਾ ਹਾਲ ਇੱਥੋਂ ਤੱਕ ਲਿਆਂਦਾ। ਉੜਤਾ ਪੰਜਾਬ ਕਿਹਨਾਂ ਸਦਕੇ ਬਣਿਆ? ਇਹਨਾਂ ਸਰਕਾਰਾਂ ਸਦਕੇ ਹੀ ਬਣਿਆ। ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਹੁਣ ਤਾਂ ਇਹੀ ਧਤੂਰਾ ਪੀ ਕੇ ਸੌਂ ਗਏ ਆ, ਹੁਣ ਅਸੀਂ ਉੱਠਣ ਨਹੀਂ ਦੇਣੇ। ਤੇ ਉਹ ਕਹਿ ਲਓ ਕਿ ਸਮੇਂ ਦੀ ਮੰਗ ਸੀ, ਜਾਂ ਫਿਰ ਇਹ ਕਹਿ ਲਓ ਕਿ ਇਹ ਉਹ ਧਰਤੀ ਹੈ ਜਿਹਨੂੰ ਹਰ ਵਾਰ ਜਿਹੜਾ ਹੈ ਉੱਠਣ ਦਾ ਮੌਕਾ ਮਿਲਦਾ ਹੈ। ਮੋਰੀ ਹੋਈ ਆ, ਖੜੀ ਆ, ਹੱਕ ਲਈ ਲੜਨ ਡਈ ਆ। ਔਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਸੈਟਿੰਗਾਂ ਹਰ ਕੋਈ ਕਰਦਾ, ਚਾਹੇ ਉਹ ਕੈਪਟਨ ਹੋਵੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਤੇ ਚਾਹੇ ਕੇਜਰੀਵਾਲ ਹੋਣ। ਤੁਸੀਂ ਉਹਨੇ ਗੱਲ ਕੀਤੀ ਜਿਹੜੀ ਸੈਟਿੰਗ ਹੈ ਹਰ ਕੋਈ ਕਰਦਾ, ਐਂਡ ਕੈਪਟਨ ਦਾ ਵੀ ਇਹੀ ਬਿਆਨ ਹੁਣੇ ਆਇਆ ਹੈ ਕਿ ਹਾਂ ਬਈ ਸਵੇਰੇ ਬਿਆਨ ਦਿੱਤਾ ਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਹਨਾ, ਜਿਹੜਾ ਨੇ ਪਹਿਲਾਂ ਅਨਾਉਂਸਮੈਂਟ ਕਰ ਦਿੱਤੀ ਸੀਗੀ ਕਿ ਹਾਂ ਵੀ ਉਹ ਵੀ ਜਿਹੜਾ ਨੇ ਭੁੱਖ ਹੜਤਾਲ ਤੇ ਬੈਠਣਗੇ। ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਕਾਫੀ ਭੁੱਖ ਹੜਤਾਲ ਵਾਲਾ ਰਿਹਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਹਾਂ ਵੀ ਉਹ ਜਾਣ ਕੇ ਡਰਾਮਾ ਕਰ ਰਹੇ ਨੇ, ਉਹਨਾਂ ਦੀ ਆਪਣੇ ਨਿੱਜੀ ਜਿਹੜੇ ਨੇ ਸਵਾਰਥ ਹੋਣੇ। ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜਾ ਐਲੀਗੇਸ਼ਨ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਕੇਜਰੀਵਾਲ ਨੂੰ ਬੋਲ ਰਹੇ ਨੇ, ਕੇਜਰੀਵਾਲ ਉਹਨਾਂ ਨੂੰ ਬੋਲ ਰਹੇ ਨੇ। ਸੋ ਜਿਹੜੀ ਇਹ ਚੀਜ਼ਾਂ ਨੇ ਇਹ ਨਿਰੰਤਰ ਜਾਰੀ ਹੈ, ਪਰ ਲੱਗਦਾ ਵਿਚਕਾਰ ਜਿਹੜੀ ਬਿੱਲੀ ਹੈ ਉਹ ਵੱਖਰਾ ਸਵਾਦ ਜਿਹੜਾ ਲੈ ਰਹੀ ਹੈ। ਦੇਖੋ ਇਹ ਗੱਲ ਤੇ ਚਲੋ ਇਹਨਾਂ ਦੀ ਮਾੜੀ ਹੈ ਕਿ ਇਹ ਦੋਹੇ ਆਪਸ 'ਚ ਲੜ ਰਹੇ ਨੇ, ਹੈ ਨਾ। ਦੂਸਰੇ ਬੰਨੇ ਕੈਪਟਨ ਅਮਰਿੰਦਰ ਹੋਣੀ ਵੀ ਘੱਟ ਨੇ, ਉਹਨਾਂ ਨੇ ਕਿਹਾ ਕਿ ਇਹ ਤਾਂ ਬੀਜੇਪੀ ਦੀ ਬੀ ਪਾਰਟੀ ਆ। ਦੇਖੋ ਹੁਣ ਇਹ ਤਾਂ ਸਭ ਕੁਝ ਜਾਣਦਾ ਕਿ ਕੌਣ ਬੀ ਆ, ਕੌਣ ਸੀ ਆ, ਤੇ ਕੌਣ ਏ ਆ। ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਾਨੂੰ ਮੈਨੂੰ ਲੱਗਦਾ ਕਿ ਇਹਨਾਂ ਦੇ ਉੱਤੇ ਵੈਸੇ ਵੀ ਗੱਲ ਘੱਟ ਕਰ ਦੇਣੀ ਚਾਹੀਦੀ ਹੈ। ਜਿਵੇਂ ਸਾਡੇ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਕਿ ਇੱਥੇ ਕੋਈ ਪੋਲੀਟੀਕਲ ਬੰਦਾ ਜਿਹੜਾ ਉਹ ਸਪੀਚ ਨਾ ਕਰ ਸਕੇ, ਤੇ ਪਰ ਕਿਤੇ ਨਾ ਕਿਤੇ ਹਲਚਲ ਜਿਹੜੀ ਆ ਸਾਨੂੰ ਵੀ ਇਹਨਾਂ ਦੇ ਲਈ ਘੱਟ ਕਰ ਦੇਣੀ ਚਾਹੀਦੀ ਹੈ। ਸਾਨੂੰ ਮੇਨ ਫੋਕਸ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਤੇ ਰੱਖਣਾ ਚਾਹੀਦਾ ਹੈ। ਉਹ ਮੈਂ ਇਸ ਲਈ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਅੱਜ ਕੱਲ੍ਹ ਕਿਤੇ ਵਿਆਹ ਤੇ ਜਾਓ ਨਾ, ਕੋਈ ਵੀਡੀਓ ਵੀ ਸੋਸ਼ਲ ਮੀਡੀਆ ਦੇਖੋ, ਉਹ ਜਾਗੋ ਦੇ ਵਿੱਚ ਐਹੀਆਂ ਬੋਲੀਆਂ ਪੈਣ ਡੀਆਂ, ਸਾਨੂੰ ਲੱਗਦਾ ਕਿ ਇਹ ਕਿਤੇ ਮੋਦੀ ਸੁਣ ਲਵੇ ਤੇ ਸ਼ਰਮ ਨਾਲ ਹੀ ਮਰ ਜਾਵੇ। ਬਿਲਕੁਲ, ਹੈ ਨਾ। ਤੇ ਉਹ ਕਿਤੇ ਸਾਡੀਆਂ ਬੀਬੀਆਂ ਨੇ ਤੇ ਇਹ ਧੂਰਾ ਫੇਕ ਛੱਡਿਆ ਮੋਦੀ ਦਾ, ਅੰਬਾਨੀ ਦਾ, ਅੰਡਾਨੀ ਦਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਤਾ ਨਹੀਂ ਸਾਡੀਆਂ ਖਰੇ ਸੁਣਨ ਡੇ ਨੇ। ਪਰ ਮੈਨੂੰ ਲੱਗਦਾ ਜੇ ਕਿ PR ਟੀਮ ਇੰਨੀ ਸਟਰੋਂਗ ਹੈ, ਕਿਤੇ ਨਾ ਕਿਤੇ ਇਹ ਚੱਲ ਜਾਣ ਤੇ ਮੋਦੀ ਹੁਣੀ ਤਾਂ ਫਿਰ ਕਸ਼ ਪੈ ਜਾਵੇ ਕਿ ਆ ਹੋਣ ਕੀ ਰਿਹਾ ਆ ਪੰਜਾਬ ਦੇ ਵਿੱਚ। ਖੈਰ ਸਾਹਿਬ, ਵਾਕਈ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਇੰਨੀਆਂ ਲਾਹਨਤਾਂ ਪੈ ਰਹੀਆਂ ਨੇ, ਇੰਨੀਆਂ ਕੋਈ ਬੋਲੀਆਂ ਗਾਉਂਦਾ ਪਿਆ, ਠੀਕ ਹੈ, ਕੋਈ ਗਾਣੇ ਬਣਾਈ ਜਾ ਰਿਹਾ, ਕੁਝ ਉਹੋ ਜਿਹੇ ਗ੍ਰਾਫਿਕਸ ਉਹੋ ਜਿਹੇ ਬਣਾਈ ਜਾ ਰਿਹਾ। ਐਂਡ ਮੈਂ ਕਹਿੰਦਾ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਪਹਿਲੇ ਇਹੋ ਜਿਹੇ ਪ੍ਰਧਾਨ ਮੰਤਰੀ ਹੋਣਗੇ ਜਿਹਨਾਂ ਨੂੰ ਇੰਨਾ ਜ਼ਿਆਦਾ ਜਿਹੜਾ ਹੈ ਮੈਂ ਕਹਿੰਦਾ ਜਿਹੜੀ ਨੈਗੇਟਿਵ ਕਮੈਂਟਸ ਨੇ ਹਨਾ, ਜਿਹੜਾ ਉਹਨਾਂ ਨੂੰ ਮਿਲ ਰਹੇ ਨੇ। ਐਂਡ ਕਿਤੇ ਨਾ ਕਿਤੇ ਕਹਿਣਾ ਨਹੀਂ ਚਾਹੀਦਾ, ਬਟ ਉਹ ਲੱਗਦਾ ਕਿ ਸ਼ਾਇਦ ਡਿਜ਼ਰਵ ਵੀ ਕਰਦੇ ਨੇ, ਤਾਂ ਹੀ ਜਿਹੜੀਆਂ ਗੱਲਾਂ ਨੇ ਸਾਹਮਣੇ ਆ ਰਹੀਆਂ ਨੇ। ਮੈਨੂੰ ਲੱਗਦਾ ਕਿ ਤੁਹਾਡੇ ਦੋਸਤ ਤੋਂ ਬਾਅਦ ਇਹ ਦੂਸਰਾ ਬੰਦਾ ਜਿਹੜਾ ਇਹ ਸਭ ਕੁਝ ਡਿਜ਼ਰਵ ਕਰਨ ਡਿਆ ਆ। ਸੋ ਦੁਨੀਆ ਦੇ ਜਿਹੜੇ ਦੋ ਮਹਾਨ ਲੀਡਰ ਜਿਹੜੇ ਨੇ, ਸੋ ਕਾਲਡ ਆਪਣਿਆਂ ਨੂੰ ਮਹਾਨ ਕਹਿੰਦੇ ਨੇ, ਐਂਡ ਕੁਝ ਉਹਨਾਂ ਦੀ ਪੇਡ ਜਿਹੜੀ ਏਜੰਸੀਆਂ ਨੇ ਉਹ ਉਹਨਾਂ ਨੂੰ ਮਹਾਨ ਬਣਾ ਦਿੰਦੀਆਂ ਨੇ, ਪਰ ਜਿਹੜੇ ਉਹਨਾਂ ਦੇ ਜਿਹੜੇ ਕੀਤੇ ਨੇ ਨਾ ਉਹ ਉਹਨਾਂ ਨੂੰ ਬਾਅਦ ਚ ਉਹਨਾਂ ਨੂੰ ਜਿਹੜਾ ਰਿਜ਼ਲਟ ਜ਼ਰੂਰ ਮਿਲਦਾ ਹੈ। ਰਿਜ਼ਲਟ ਅਮਰੀਕਾ ਵਿੱਚ ਤਾਂ ਮਿਲ ਚੁੱਕਿਆ ਟਰੰਪ ਸਾਹਿਬ ਨੂੰ, ਠੀਕ ਹੈ। ਸੋ ਲੱਗਦਾ ਕਿ ਸ਼ਾਇਦ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਮੋਦੀ ਸਾਹਿਬ ਨੇ ਇਹਨਾਂ ਨੂੰ ਵੀ ਇਹਨਾਂ ਦੀ ਜਿਹੜੀ ਕੀਤੀਆਂ ਨੇ ਸਾਹਮਣੇ ਜ਼ਰੂਰ ਆਉਣਗੀਆਂ, ਤੇ ਸੋਚਣਗੇ ਕਿ ਹਾਂ ਵੀ ਹੁਣ ਧਰਮ ਦੇ ਨਾਂ ਤੇ ਵੱਖ ਕਰੀਏ ਤੇ ਜਾਂ ਫਿਰ ਜਾਤਾਂ ਦੇ ਨਾਂ ਤੇ ਵੱਖ ਕਰੀਏ ਜਾਂ ਫਿਰ ਸੂਬੇ ਦੇ ਨਾਮ ਤੇ ਵੱਖ ਕਰੀਏ। ਕਿਉਂਕਿ ਇਸ ਵਕਤ ਜੇਕਰ ਗੱਲ ਕਰੀਏ ਕਿਸਾਨੀ ਸੰਘਰਸ਼ ਦੀ ਤਾਂ ਸਿਰਫ ਪੰਜਾਬੀ ਭਾਈਚਾਰਾ ਨਹੀਂ, ਸਾਰੇ ਹਰਿਆਣੇ ਦੇ, ਮਹਾਰਾਸ਼ਟਰ ਦੇ, ਈਵਨ ਅੱਜ ਤਾਂ ਜਿਹੜੇ ਜੰਮੂ ਦੇ ਕਿਸਾਨ ਨੇ ਉਹ ਵੀ ਰਲ ਕੇ ਪਹੁੰਚ ਚੁੱਕੇ ਨੇ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹਾਂ ਵੀ ਕੇਂਦਰ ਨੂੰ ਜਿਹੜਾ ਬਿੱਲ ਹੈ ਉਹ ਵਾਪਸ ਲੈਣਾ ਪਵੇਗਾ ਹੀ ਪਵੇਗਾ। ਦੇਖੋ ਬੜੀ ਖੂਬਸੂਰਤ ਗੱਲ ਹੈ ਕਿ ਇੱਕ ਲੜੀ ਦੇ ਵਿੱਚ ਅਸੀਂ ਪਰੋ ਕੇ ਜਿਹੜਾ ਹੈ ਕੇਂਦਰ ਸਰਕਾਰ ਦੇ ਸਾਹਮਣੇ ਖੜ ਗਏ ਹਾਂ। ਹੁਣ ਕੇਂਦਰ ਸਰਕਾਰ ਨੂੰ ਵੀ ਪਤਾ ਨਹੀਂ ਲੱਗਦਾ ਵੀ ਉਹ ਕਿਹੜਾ ਪੈਂਤਰਾ ਵਰਤ ਲੇ, ਵੀ ਭਈ ਇਹ ਤਾਂ ਕੈਪਟਨ ਅਮਰਿੰਦਰ ਹੋਣੀ ਵੀ ਨਹੀਂ ਜਿਨ੍ਹਾਂ ਦੇ ਈਡੀ ਦਾ ਮੁਕੱਦਮਾ ਚਲਾ ਦਈਏ, ਹੈ ਨਾ। ਉਹ ਹੁਣ ਸਮਝ ਨਹੀਂ ਆਉਣ ਡਿਆ ਉਹਨਾਂ ਨੂੰ। ਮੈਂ ਬਾਰ-ਬਾਰ ਮੈਨੂੰ ਇਹ ਖਦਸ਼ਾ ਹੁੰਦਾ ਕਿ ਕੋਈ ਨਾ ਕੋਈ ਇਹ ਗੱਲ ਕੱਢ ਨਾ ਲੈਣ, ਜਿਵੇਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਕਹਿ ਕੇ ਕੁਝ ਗਲਤ ਨਾ ਕਰ ਲੈਣ ਜਾਂ ਕੁਝ ਹੋਰ ਨਾ ਕਰ ਲੈਣ। ਕਿਉਂਕਿ ਦੇਖੋ ਸਾਡੇ ਉੱਥੇ ਬਹੁਤ ਲੋਕ ਨੇ, ਸਾਡੇ ਬਜ਼ੁਰਗ ਨੇ, ਸਾਡੇ ਜਵਾਨ ਨੇ, ਬੀਬੀਆਂ ਨੇ, ਭੈਣਾਂ ਨੇ, ਬੱਚੇ ਆ, ਉਹ ਕਿਤੇ ਨਾ ਕਿਤੇ ਉਹ ਰਾਤ ਨੂੰ ਧੜਕੂ ਤੁਹਾਨੂੰ ਲੱਗਾ ਰਹਿੰਦਾ। ਔਰ ਮੈਨੂੰ ਲੱਗਦਾ ਹਰ ਹਸਾਸ ਬੰਦਾ, ਹਰ ਉਹ ਪੰਜਾਬੀ ਜਿਹੜਾ ਹੈ ਉਹਨੂੰ ਇਹੀ ਲੱਗਦਾ ਕਿ ਬਈ ਇਹ ਹੁਣ ਸੁੱਖ ਸਖੇਲੀ ਜਿਹੜਾ ਹੈ ਅਸੀਂ ਆਪਣੇ ਘਰ ਆ ਜਾਈਏ, ਕਿਉਂਕਿ ਅਸੀਂ ਡਰਦੇ ਤਾਂ ਕਿਸੇ ਪਾਸੇ ਤੋਂ ਵੀ ਨਹੀਂ। ਔਰ ਜੇ ਮਾੜੀ ਜੀ ਕੋਈ ਗਲਤ ਗੱਲ ਹੋ ਗਈ ਤਾਂ ਸ਼ਾਇਦ ਪੰਜਾਬੀ ਜਿਹੜੇ ਨੇ ਉਹ ਫਿਰ ਨਿੱਤਰ ਕੇ ਮੈਦਾਨ ਦੇ ਵਿੱਚ ਆ ਜਾਣਗੇ, ਜਿਹੜਾ ਦੋਹਾਂ ਪੱਖਾਂ ਲਈ ਬਹੁਤ ਨੁਕਸਾਨਦਾਇਕ ਹੋਊਗਾ। ਖੈਰ ਸਾਹਿਬ, ਜਿਹੜੇ ਸਾਡੇ ਮੌਜੂਦਾ ਜਿਹੜੇ ਪੰਜਾਬੀ ਨੇ ਉਹ ਇਹੀ ਗੱਲ ਕਰ ਰਹੇ ਨੇ ਕਿ ਹਾਂ ਵੀ ਅਸੀਂ ਤਾਂ ਬਿਨਾਂ ਹਥਿਆਰਾਂ ਤੋਂ ਇਹ ਜੰਗ ਜਿੱਤਣੀ ਹੈ, ਤੇ ਅਸੀਂ ਵੀ ਇਹੀ ਉਮੀਦ ਕਰਦੇ ਹਾਂ। ਪੂਰਾ ਹੌਸਲਾ ਜਿਹੜੇ ਸਾਡੇ ਸਾਰੇ ਜਿਹੜੇ ਪੰਜਾਬੀ ਜਿਹੜੇ ਉੱਥੇ ਬੈਠੇ ਨੇ, ਸਾਡੇ ਜਿਹੜੇ ਕਿਸਾਨ ਬੈਠੇ ਨੇ, ਅਸੀਂ ਵੀ ਉਹਨਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਭਰਦੇ ਹਾਂ ਕਿ ਹਾਂ ਵੀ ਅਸੀਂ ਜਿਹੜਾ ਹੈ ਸੰਘਰਸ਼ ਜਿਹੜਾ ਹੈ ਬਿਨਾਂ ਹਥਿਆਰਾਂ ਤੋਂ ਐਂਡ ਬੜੇ ਪੀਸਫੁਲੀ ਜਿੱਤ ਕੇ ਵਾਪਸ ਪਰਤਾਂਗੇ। ਐਂਡ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਇਸ ਨੂੰ ਜਿਹੜਾ ਮਜ਼ਾ ਜਿਹੜਾ ਚਖਾਇਆ ਜਾ ਰਿਹਾ ਹੈ ਉਹ ਵੀ ਪੂਰੀ ਯਾਦ ਰੱਖਿਆ ਜਾਵੇਗਾ। ਸੋ ਫਿਲਹਾਲ ਇੱਕ ਹੋਰ ਜਿਹੜਾ ਹੈ ਸਮਾਂ ਹੋ ਚੁੱਕਾ ਹੈ ਬ੍ਰੇਕ ਦਾ। ਬ੍ਰੇਕ ਤੋਂ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ।
ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। US ਫਿਊਲ ਸਰਵਿਸਿਜ਼ ਵਾਲੇ ਤੁਹਾਡੇ ਟਰੱਕਾਂ ਦੇ ਡੀਜ਼ਲ ਲਈ ਲੈ ਕੇ ਆਏ ਨੇ ਵਿਸ਼ੇਸ਼ ਛੋਟ। ਜੇ ਤੁਸੀਂ ਇਹਨਾਂ ਦਾ ਫਿਊਲ ਕਾਰਡ ਪਾਇਲਟ ਫਲਾਈਂਗ ਟਰੱਕ ਸਟਾਪ ਤੇ ਵਰਤਦੇ ਹੋ ਤੇ ਇਹ ਤੁਹਾਨੂੰ ਦਿਵਾਉਂਦੇ ਨੇ 40 ਤੋਂ 50 ਸੈਂਟ ਪਰ ਗੈਲਨ ਦਾ ਡਿਸਕਾਊਂਟ। ਭੁੱਲੋ ਨਾ, ਅੱਜ ਹੀ ਐਕਸਲ ਫਿਊਲ ਕਾਰਡ ਤੇ 19 ਫਿਊਲ ਨੈਟਵਰਕ ਅਪਲਾਈ ਕਰੋ ਤੇ ਆਪਣੇ ਟਰੱਕਿੰਗ ਬਿਜ਼ਨਸ ਨੂੰ ਫਾਇਦੇਮੰਦ ਬਣਾਓ। US ਫਿਊਲ ਸਰਵਿਸਿਜ਼ ਨੂੰ ਅੱਜ ਹੀ ਕਾਲ ਕਰੋ 916 919 7061 916 919 7061 916 686 6713 916 686 6713। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਅਖਬਾਰਨਾਮੇ ਦੇ ਵਿੱਚ। ਸੁਖੇਰਾ ਸਾਹਿਬ, ਜਿਹੜੀ ਹੁਣ ਅਸੀਂ ਜਿਹੜੀ ਗੱਲਬਾਤ ਹੈ ਉਹ ਹੁਣ ਵਿਦੇਸ਼ਾਂ ਦੀ ਕਰ ਲਈਏ ਕਿ ਜਿਹੜੇ ਵਿਦੇਸ਼ਾਂ ਵਿੱਚ ਵੀ ਜਿਹੜਾ ਕਿਸਾਨੀ ਅੰਦੋਲਨ ਦੇ ਜਿਹੜੇ ਹੱਕ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ, ਰੈਲੀਆਂ ਕੱਢੀ ਜਾ ਰਹੀਆਂ ਨੇ, ਮੁਜ਼ਾਹਰਾ ਕੀਤਾ ਜਾ ਰਿਹਾ। ਸੋ ਗੱਲ ਕਰੀਏ ਹੁਣ ਸਕਾਟਲੈਂਡ ਦੀ, ਤਾਂ ਸਕਾਟਲੈਂਡ ਵਿੱਚ ਵੀ ਕਾਫੀ ਵੱਡਾ ਜਿਹੜਾ ਹੈ ਪ੍ਰੋਟੈਸਟ ਕੀਤਾ ਗਿਆ। UK ਵਿੱਚ ਕੀਤਾ ਗਿਆ, ਬਰਮਿੰਗਮ ਵਿੱਚ ਕੀਤਾ ਗਿਆ, ਆਸਟ੍ਰੇਲੀਆ ਵਿੱਚ ਕੀਤਾ ਗਿਆ। ਸੋ ਪੂਰੇ ਜਿੱਥੇ ਵੀ ਸਾਡਾ ਸਾਰਾ ਪੰਜਾਬੀ ਭਾਈਚਾਰਾ ਹੈ, ਭਾਰਤੀ ਭਾਈਚਾਰਾ ਹੈ, ਜੋ ਲੋਕਤੰਤਰ ਨੂੰ ਪਿਆਰ ਕਰਦਾ, ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਉਹ ਲਗਾਤਾਰ ਜਿਹੜੀ ਆਪਣੀ ਆਵਾਜ਼ ਚੁੱਕ ਰਿਹਾ ਐਂਡ ਇੱਕੋ ਡਿਮਾਂਡ ਲਗਾਤਾਰ ਕਰੀ ਜਾ ਰਿਹਾ ਕਿ ਹਾਂ ਬਈ ਸਾਡੇ ਜਿਹੜੇ ਬਿੱਲ ਨੇ ਇਸ ਨੂੰ ਵਾਪਸ ਲਿਆ ਜਾਵੇ। ਦੇਖੋ, ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਕੋਈ ਵੀ ਪੰਜਾਬੀ ਜਿਹੜਾ ਅਹਿਸਾਸ ਹੈ, ਜਿਹਨੂੰ ਪੰਜਾਬ ਦਾ ਜਿਹੜਾ ਹੈ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਉਦੋਂ ਮੇਲ ਹੈ, ਉਹ ਇਹੀ ਸੋਚ ਰਿਹਾ ਹੈ ਕਿ ਜਿਹੜਾ ਅਸੀਂ ਵੀ ਕਰ ਲਈਏ। ਕੱਲ ਮੈਂ ਵੈਸੇ ਬੜਾ ਸਿੰਗਰਾਂ ਦੇ ਵਾਲੇ ਝੁਕਾ ਨਹੀਂ ਮੇਰਾ ਹੈਗਾ, ਤੇ ਗਿੱਪੀ ਗਰੇਵਾਲ ਜਿਹੜੇ ਨੇ ਉਹ ਲਗਾਤਾਰ ਜਿਹੜਾ ਸੀਗਾ ਉੱਥੋਂ ਪੋਸਟਾਂ ਕਰ ਰਹੇ ਸੀ ਤੇ ਲੋਕੀ ਕਹਿੰਦੇ ਜੀ ਇੱਥੇ ਕਿਉਂ ਨਹੀਂ ਆ ਰਿਹਾ। ਤੇ ਉਹ ਕੱਲ ਪਰਸੋਂ ਜਿਹੜਾ ਹੈ ਉਹਨਾਂ ਨੇ ਲੈਂਡ ਕੀਤਾ ਤੇ ਉਹ ਲਗਾਤਾਰ ਉੱਥੇ ਬੈਠ ਕੇ ਕਹਿੰਦੇ ਵੀ ਮੈਂ ਉੱਥੋਂ ਜਦੋਂ ਸੀਗਾ ਨਾ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਜਲਦੀ ਉੱਥੇ ਪਹੁੰਚ ਜਾਵਾਂ, ਕਿਉਂਕਿ ਮੈਂ ਪਲ ਦੀ ਖਬਰ ਲੈ ਰਿਹਾ ਸੀ ਕਿ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ। ਸੋ ਇਹ ਖੂਬਸੂਰਤੀ ਪੰਜਾਬ ਦੀ, ਇਹ ਤਾਂ ਇੱਕ ਉਦਾਹਰਣ ਹੈ। ਇੱਦਾਂ ਹੀ ਹਰ ਕੋਈ ਪੰਜਾਬੀ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਮੈਂ ਹੁਣ ਆ ਜਾਵਾਂ, ਖੜਾ ਇਹਨਾਂ ਦੇ ਨਾਲ, ਤੇ ਜੰਗ ਜਿੱਤਣ ਦੇ ਵਿੱਚ ਮੇਰਾ ਵੀ ਨਾਂ ਜਿਹੜਾ ਹੈ ਉਹ ਹੋ ਜਾਵੇ ਤੇ ਮੈਂ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਾਂ। ਤੁਸੀਂ ਹੁਣੇ ਗੱਲ ਕੀਤੀ ਗਿੱਪੀ ਗਰੇਵਾਲ ਹੋਣਾ ਦੀ, ਤਾਂ ਉਹਨਾਂ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ ਜੋ ਅਸੀਂ ਵੀ ਆਪਣੇ ਪੰਜਾਬ ਮੇਲ USA TV ਦੇ ਮਾਧਿਅਮ ਰਾਹੀਂ ਆਪਣੇ ਦਰਸ਼ਕਾਂ ਨੂੰ ਦਿਖਾਈ ਸੀ ਕਿ ਹਾਂ ਵੀ ਕੈਨੇਡਾ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ, ਉਹਨਾਂ ਵਿੱਚ ਉਹਨਾਂ ਦੇ ਜਿਹੜੇ ਦੋਵੇਂ ਬੱਚੇ ਨੇ ਉਹ ਸ਼ਾਮਲ ਹੋਏ ਸੀ ਐਂਡ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਵੀ ਮੇਰੇ ਬੱਚੇ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ, ਪਰ ਕਿਉਂਕਿ ਉਹ ਕਾਫੀ ਸਫਰ ਕਰ ਰਹੇ ਸੀਗੇ ਐਂਡ ਕੁਆਰੰਟਾਈਨ ਹੋਏ ਸੀ, ਆਪਣੇ ਹੋਮ ਕੁਆਰੰਟਾਈਨ ਉਹਨਾਂ ਨੂੰ ਕੀਤਾ ਗਿਆ ਸੀਗਾ। ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਹੀ ਬਾਹਰ ਆਏ ਉਹ ਪ੍ਰੋਟੈਸਟ ਵਿੱਚ, ਚਾਹੇ ਕੈਨੇਡਾ 'ਚ ਚੱਲ ਰਿਹਾ ਹੋਵੇ ਐਂਡ ਚਾਹੇ ਦਿੱਲੀ 'ਚ ਚੱਲ ਰਿਹਾ ਹੋਵੇ, ਉਹ ਜ਼ਰੂਰ ਆਉਣਗੇ ਤੇ ਸ਼ਾਮਲ ਹੋਣਗੇ ਐਂਡ ਉਹ ਹੋਏ ਵੀ ਨੇ। ਸਿਮਿਲਰਲੀ ਦਿਲਜੀਤ ਦੋਸਾਂਝ ਹੁਣੇ ਵੀ ਹੋਏ ਸਨ ਐਂਡ ਕਾਫੀ ਸਾਰੇ ਸਿੰਗਰਸ ਨੇ ਜੋ ਨਿਰੰਤਰ ਮੈਂ ਕਹਾਂ ਕਿ ਹਾਂ ਵੀ ਇਸ ਪ੍ਰੋਟੈਸਟ ਵਿੱਚ ਅੱਗੇ ਹੋਏ ਨੇ, ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਐਂਡ ਕਾਫੀ ਜਿਹੜਾ ਨੌਜਵਾਨ ਹੈ ਉਹਨਾਂ ਨੇ ਇਸ ਸੰਘਰਸ਼ ਵੱਲ ਉਹਨਾਂ ਦਾ ਝੁਕਾਓ ਜਿਹੜਾ ਕੀਤਾ ਹੈ। ਸੋ ਖੈਰ ਸਾਹਿਬ, ਇੱਕ ਹੋਰ ਜਿਹੜੀ ਅਪਡੇਟ ਹੈ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ ਕਿ ਜਿਹੜੇ ਸਾਡੇ ਖੇਤੀਬਾੜੀ ਜਿਹੜੇ ਮੰਤਰੀ ਨੇ ਹਨਾ, ਨਰਿੰਦਰ ਸਿੰਘ ਤੋਮਰ, ਉਹ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਉਹਨਾਂ ਦੀ ਮੀਟਿੰਗ ਹੈ ਅਮਿਤ ਸ਼ਾਹ ਉਹਨਾਂ ਨਾਲ ਹੋਈ ਹੈ। ਸੋ ਕੀ ਫੈਸਲਾ ਆਵੇਗਾ ਐਂਡ ਕਾਹਦੇ ਬਾਰੇ ਮੀਟਿੰਗ ਹੋ ਰਹੀ ਹੈ ਸਾਰਿਆਂ ਨੂੰ ਪਤਾ ਹੈ, ਪਰ ਫੈਸਲਾ ਜਿਹੜਾ ਹੈ ਉਹ ਕਿਸ ਪੱਖ ਦਾ ਆਵੇਗਾ ਕਿ ਨਹੀਂ ਆਵੇਗਾ, ਉਹ ਵੀ ਜਿਹੜਾ ਬੇਚੈਨੀ ਨਾਲ ਸਾਡਾ ਜਿਹੜਾ ਇੰਤਜ਼ਾਰ ਅਸੀਂ ਕਰਦੇ ਰਵਾਂਗੇ। ਦੇਖੋ, ਇਹ ਮੀਟਿੰਗਾਂ ਤੋਂ ਵੀ ਸਾਨੂੰ ਉਨੀਆਂ ਕੀ ਤਵੱਕੋ ਆ ਜਿਹੜੀਆਂ ਪਹਿਲੀਆਂ ਹੋਈਆਂ ਇਹਨਾਂ ਦੀਆਂ। ਜਦੋਂ ਇਹ ਆਪਸ 'ਚ ਮੀਟਿੰਗ ਕਰਦੇ ਉਹਦੇ ਵਿੱਚ ਸ਼ਾਇਦ ਅਸੀਂ ਹੱਲ ਦੀ ਉਮੀਦ ਨਹੀਂ ਕਰ ਸਕਦੇ। ਉਮੀਦ ਉਦੋਂ ਹੀ ਹੋਊਗਾ ਜਦੋਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਰੂਬਰੂ ਹੋਣਗੀਆਂ ਔਰ ਉਸ ਟਾਈਮ ਕੀ ਮੀਟਿੰਗ ਹੁੰਦੀ ਆ, ਉਸ ਟਾਈਮ ਕੀ ਵਾਅਦੇ ਹੁੰਦੇ ਨੇ, ਉਹ ਸਾਡੇ ਲਈ ਅਹਿਮੀਅਤ ਰੱਖਦੇ ਨੇ। ਜੇ ਕੋਈ ਗੱਲ ਹਾਲੇ ਤੱਕ ਮੀਟਿੰਗ ਜਿਹੜੀ ਖਤਮ ਹੋ ਚੁੱਕੀ ਆ ਪਰ ਹਾਲੇ ਤੱਕ ਉਹਨਾਂ ਨੇ ਫੈਸਲੇ ਜਿਹੜੇ ਉਹ ਜਨਤਕ ਨਹੀਂ ਕੀਤੇ, ਪਰ ਦੇਖਦੇ ਹਾਂ ਕਿ ਜਦੋਂ ਜਨਤਕ ਹੋਣਗੇ ਤਾਂ ਕੀ ਇਹਦੇ ਵਿੱਚੋਂ ਨਿਕਲ ਕੇ ਆਉਂਦਾ ਹੈ। ਸੋ ਵਾਕਈ ਜੀ ਕੀ ਨਿਕਲ ਕੇ ਆਉਂਦਾ ਐਂਡ ਕੀ ਗੱਲਬਾਤ ਜਿਹੜਾ ਹੈ ਉਹਦਾ ਸਿੱਟਾ ਨਿਕਲਦਾ, ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਫਿਲਹਾਲ ਜਿਹੜਾ ਪ੍ਰੋਗਰਾਮ ਹੈ ਉਹਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਸਾਨੂੰ ਦਿਵੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।